ਸਾਰੀ ਜ਼ਮੀਨ ਹੈ ਉਹ ਅਯੋਗਪਤੀ ਲੋਕਾਂ ਨੂੰ ਰਿਲਾਇੰਸ ਵਾਲਿਆਂ ਨੂੰ ਦੇਣੀ ਹੈ। ਇਸ ਨਰਿੰਦਰ ਮੋਦੀ ਨੇ, ਇਸ ਵਪਾਰੀਆਂ ਦੇ ਏਜੰਟ ਨੇ। ਉਹ ਬੀਬੀ ਕਹਿੰਦੀ ਹੈ ਮੈਂ ਰਿਜ਼ਾਈਨ ਦੇਤਾ ਜੀ, ਉਹਨੂੰ ਐਮਪੀ ਕਿਹਨੇ ਬਣਾਇਆ ਜੀ? ਆਪਾਂ ਹੀ ਬਣਾਇਆ। ਉਹ ਸਾਡੇ ਤੋਂ ਆਸਾਨ ਕਰਕੇ ਆਈ ਹੈ। ਉਹ ਕਹਿੰਦੀ ਹੈ ਵੀ ਮੈਂ ਅਸਤੀਫਾ ਦੇ ਦਿੱਤਾ। ਅੱਜ ਉਹਦਾ ਬਿਆਨ ਆ ਬਹੁਤ ਖਤਰਨਾਕ। ਉਹ ਕਹਿੰਦੀ ਮੈਂ ਨਹੀਂ ਇਹਦਾ ਵਿਰੋਧ ਕਰਦੀ, ਮੈਂ ਤਾਂ ਕਹਿੰਦੀ ਵਿਰੋਧ ਇਹਦਾ ਕਿਸਾਨ ਕਰਦੇ ਆ। ਉਹ ਤਾਂ ਇਹ ਆਰਡੀਨੈਂਸ ਆ ਜਿਹੜੇ ਬਹੁਤ ਕੰਮ ਦੇ ਆ। ਹੁਣ ਵੋਟਾਂ ਵਿੱਚ ਅਸੀਂ ਪਾਣੇ ਕਿ ਅਸੀਂ ਇੰਨੇ ਹੀ ਮੂਰਖ ਹੋ ਗਏ ਕਿ ਅਸੀਂ ਇਹਨੂੰ ਪਛਾਣ ਨਹੀਂ ਸਕੇ। 10 ਸਾਲ ਰਾਜ ਕਰ ਗਏ ਨੇ ਬਦਲੋ ਨਹੀਂ। ਐਵੇਂ ਜਿਵੇਂ ਇਹਨਾਂ ਨੇ ਸਾਡੇ ਸਰਕਾਰੀ ਸਕੂਲ ਜਦੋਂ ਖਤਮ ਕੀਤੇ ਨੇ, ਉਹਨਾਂ ਨੇ ਕਿਹਾ ਵੀ 8ਵੀਂ ਵਾਲੇ ਨੂੰ 5ਵੀਂ ਵਾਲੇ ਨੂੰ ਫੇਲ ਨਹੀਂ ਕਰਨਾ। ਉੱਥੇ ਸਰਕਾਰੀ ਸਕੂਲਾਂ ਦੇ ਵਿੱਚੋਂ ਟੀਚਰ ਗਾਇਬ ਕਰਤੇ। ਕੈਪਟਨ ਕਹਿੰਦਾ ਰਿਹਾ ਵੀ ਜਿਹੜਾ ਮੈਂ 2500 ਰੁਪਇਆ ਦੇਵਾਂਗਾ ਜਿਹੜਾ ਕਿਸਾਨ ਵਿੱਚ ਵਾਹ ਕੇ ਪਰਾਲੀ ਕਣਕ ਬੀਜੂਗਾ, ਪਰ ਇਹਨੇ ਕਿਸੇ ਨੂੰ ਧੇਲਾ ਨਹੀਂ ਦਿੱਤਾ। ਅਸੀਂ ਉਦੋਂ ਤੱਕ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰੱਖਾਂਗੇ ਜਦੋਂ ਤੱਕ ਇਹ ਵਾਪਸ ਨਹੀਂ ਲੈ ਲੈਂਦੇ। ਜਿਵੇਂ ਐਨਆਰਸੀ ਦਾ ਹੁਣ ਕਾਨੂੰਨ ਬਣ ਚੁੱਕਿਆ, ਲੋਕ ਭੁੱਲ ਗਏ ਨੇ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਦੇ ਸੀ, ਉਹ ਲੋਕ ਭੁੱਲ ਚੁੱਕੇ ਨੇ। ਕਾਨੂੰਨ ਬਣ ਚੁੱਕਿਆ ਹੈ। ਬਰਗਾੜੀ ਦਾ ਕੁਝ ਨਹੀਂ ਹੋਇਆ, ਉਹ ਵੀ ਲੋਕ ਭੁੱਲ ਚੁੱਕੇ ਨੇ। ਤੇ ਕੀ ਇਸੇ ਤਰ੍ਹਾਂ ਵੀ ਆ ਵੀ ਜਿਹੜਾ ਮੋਰਚਾ ਲੱਗਿਆ ਇਹ ਵੀ ਲੋਕ ਭੁੱਲ ਜਾਣਗੇ ਥੋੜੇ ਦਿਨਾਂ ਬਾਅਦ? 5 ਸਾਲ ਜਿਉਣਾ ਕਿ 2 ਸਾਲ ਜਿਉਣਾ, ਕੁੱਤੇ ਦੀ ਮੌਤ ਨਹੀਂ ਮਰਦੇ। ਕਿਤੇ ਵੀ ਸੱਟ ਮਾਰੀਏ ਸਰੀਰ ਦੇ ਤਾਂ ਜਾ ਕੇ ਦਿਮਾਗ 'ਚ ਪਤਾ ਲੱਗਦਾ। ਉਸੇ ਤਰ੍ਹਾਂ ਅਸੀਂ ਸੱਟ ਕੇਂਦਰ ਸਰਕਾਰ ਦੇ ਗਿੱਟੇ ਤੇ ਮਾਰ ਕੇ ਜਗਾਵਾਂਗੇ। ਜਿਹੜੇ ਲੀਡਰ ਨੇ ਉਹ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਤਾਂ ਹੱਥ ਜੋੜਦੇ ਨੇ ਆ ਕੇ ਵੀ ਹਾਂ ਸਾਨੂੰ ਵੋਟਾਂ ਦਿਓ, ਸਾਨੂੰ ਵੋਟਾਂ ਦਿਓ। ਬਹੁਤ ਸਮਝਦਾਰ ਸਾਡੇ ਵੋਟਰ ਨੇ, ਬਹੁਤ ਸਮਝਦਾਰ ਨੇ। ਪਰ ਹੁਣ ਉਹੀ ਲੀਡਰ ਕਹਿ ਰਹੇ ਨੇ ਵੀ ਤੁਹਾਨੂੰ ਸਮਝ ਨਹੀਂ ਹੈ ਇਸ ਬਿੱਲ ਦੀ। ਕੀ ਇਹਨਾਂ ਜਿਹੜਾ ਵੋਟਰਾਂ ਦੀ ਸਮਝ ਹੁਣ ਖਤਮ ਹੋ ਗਈ ਹੈ ਉਹਨਾਂ ਦੇ ਲਈ? ਅੱਜ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਅਗਲੀ ਗੱਲ ਉਹ ਤਾਂ ਸਿਰਫ ਇੱਕ ਵੋਟ ਬੈਂਕ ਲਈ ਹੈ ਵੀ ਕਿਸਾਨਾਂ ਦੀ ਵੋਟ ਉਹਨੂੰ ਮਿਲਦੀ ਹੈ ਤਾਂ ਉਹਨੇ ਅਸਤੀਫਾ ਦਿੱਤਾ। ਇਹ ਤਾਂ ਜੋ ਸੱਚ ਲਿਖਣ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਇਹ ਆਪਦੀ ਨਿਗਾਹ 'ਚ ਅੱਤਵਾਦੀ ਤੇ ਨਕਸਲੀ ਕਹਿੰਦੇ ਨੇ। ਚਾਹੇ ਮਾਰ ਦਈਏ ਚਾਹੇ ਮਰ ਦਈਏ, ਹੁਣ ਤੱਕ ਝੰਡੇ ਨੂੰ ਹੱਥ ਪਾਇਆ। ਜੇ ਲੋੜ ਪਈ ਤਾਂ ਖੰਡੇ ਨੂੰ ਵੀ ਹੱਥ ਪਾਉਣਾ ਪੈਂਦਾ। ਇਸ ਬੰਦੇ ਨੇ ਸਾਨੂੰ ਇੱਥੇ ਇਹੋ ਜਿਹੇ ਕੂਏ ਸੁੱਟ ਦਿੱਤਾ ਜਿੱਥੋਂ ਬਾਹਰ ਨਿਕਲਣਾ ਬਹੁਤ ਔਖਾ। ਉਹਨਾਂ ਨੇ ਤਾਂ ਕੂਹੇ 'ਚ ਸੁੱਟਿਆ, ਪਰ ਜਿਹੜੇ ਹੁਣ ਕੈਪਟਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਜਿਹੜਾ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਅੱਤਵਾਦੀ ਤਾਂ ਕਹਿ ਦਿੱਤਾ। ਸਰਕਾਰਾਂ ਨੂੰ ਭੱਜਣਾ ਪਾ ਦਿਆਂਗੇ, ਪਿੱਛੇ ਨਹੀਂ ਹਟਾਂਗੇ। ਕੇਂਦਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਰਾਜ ਸਭਾ ਵਿੱਚ ਤੇ ਲੋਕ ਸਭਾ ਵਿੱਚ ਪਾਸ ਹੋ ਕੇ ਬਿੱਲ ਦਾ ਰੂਪ ਲੈ ਚੁੱਕੇ ਨੇ ਤੇ ਕੁਝ ਸਮੇਂ ਬਾਅਦ ਉਹ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਕਾਨੂੰਨ ਦਾ ਰੂਪ ਵੀ ਲੈ ਲੈਣਗੇ। ਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਬਿਲਕੁਲ ਖਤਰਨਾਕ ਨੇ, ਘਾਤਕ ਨੇ ਤੇ ਇਹ ਲੋਕਾਂ ਦੇ ਲਈ, ਕਿਸਾਨਾਂ ਦੇ ਲਈ ਇੱਕ ਡੈਥ ਦਾ ਵਾਰੰਟ ਨਹੀਂ ਸਰਕਾਰ ਵੱਲੋਂ। ਤੇ ਇਸੇ ਲਈ ਪੰਜਾਬ ਭਰ ਦੇ ਵਿੱਚ ਨਹੀਂ, ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ। ਤੇ ਉਹ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਜਗ੍ਹਾ ਤੇ ਧਰਨੇ ਦੇ ਰਹੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਵੀ ਬਹੁਤ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਕਈ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਾਨੂੰਨ ਕਿਸ ਤਰ੍ਹਾਂ ਕਾਲਾ ਕਾਨੂੰਨ ਹੈ ਤੇ ਕਿਸ ਤਰ੍ਹਾਂ ਲੋਕਾਂ ਲਈ ਮਾਰੂ ਕਾਨੂੰਨ ਹੈ। ਗੱਲਬਾਤ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਬਲਾਕ ਭਵਾਨੀਗੜ੍ਹ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਮੈਂ। ਜਿਹੜਾ ਕਾਨੂੰਨ ਸਰਕਾਰ ਲੈ ਕੇ ਆਈ ਹੈ, ਹੁਣ ਤਾਂ ਕਾਨੂੰਨ ਬਣ ਹੀ ਜਾਣਾ ਹੈ, ਰਾਸ਼ਟਰਪਤੀ ਦੇ ਸਾਈਨ ਹੋ ਹੀ ਜਾਣੇ ਨੇ। ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਿਸਾਨਾਂ ਲਈ ਇਹ ਕਿਵੇਂ ਮਾਰੂ ਹੈ? ਕਿਸਾਨਾਂ ਲਈ ਇਹ ਕਾਨੂੰਨ ਇਹ ਮਾਰੂ ਹੈ। ਜਿਹੜੀ ਕਿ ਇਹਦੇ ਪਿੱਛੇ ਬਹੁਤ ਵੱਡੀ ਚਾਲ ਹੈ ਸੈਂਟਰ ਸਰਕਾਰ ਦੀ, ਜਿਹੜੀ ਠੇਕਾ ਨੀਤੀ ਲੈ ਕੇ ਆ ਰਹੀ ਹੈ। ਪਹਿਲਾਂ ਇਸੇ ਕਾਨੂੰਨਾਂ ਦੇ ਰਾਹੀਂ ਮੰਡੀ ਬੋਰਡ ਤੋੜ ਕੇ ਇਹਨਾਂ ਨੇ ਬਿਹਾਰ ਵਰਗੀਆਂ ਸਟੇਟਾਂ, ਯੂਪੀ ਵਰਗੀਆਂ ਸਟੇਟਾਂ ਪਹਿਲਾਂ ਖਤਮ ਕੀਤੀਆਂ। ਉੱਥੇ ਬਿਹਾਰ ਦੇ ਅੰਦਰ 800 ਨੂੰ 900 ਨੂੰ ਜੀਰੀ ਵਿਕਦੀ ਹੈ, ਪੰਜਾਬ ਤੇ ਹਰਿਆਣਾ ਰਹਿੰਦਾ ਸੀ। ਇਹ ਵੀ ਇਹਨਾਂ ਨੇ ਜਾਣੀ ਕਿ ਹੁਣ ਇਸ ਕਾਨੂੰਨਾਂ ਰਾਹੀਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਕਿਸਾਨਾਂ ਦੇ ਹੱਥ ਖੜੇ ਕਰਾ ਕੇ ਅਸੀਂ ਜਿਹੜੀ ਸਾਰੀ ਜ਼ਮੀਨ ਹੈ ਉਹ ਅਯੋਗਪਤੀ ਲੋਕਾਂ ਨੂੰ, ਰਿਲਾਇੰਸ ਵਾਲਿਆਂ ਨੂੰ ਦੇਣੀ ਹੈ, ਕੰਪਨੀ ਵਾਲਿਆਂ ਨੂੰ ਦੇਣੀ ਹੈ। ਇਹਦੇ ਪਿੱਛੇ ਬਹੁਤ ਵੱਡੀ ਸਿਆਸਤ, ਠੇਕਾ ਨੀਤੀ ਹੈ। ਲੋਕਾਂ ਤੋਂ ਹੱਥ ਖੜੇ ਕਰਾ ਕੇ ਜਦੋਂ ਮੰਡੀਆਂ ਦਾ ਭੋਗ ਪੈ ਗਿਆ ਪੂਰਨ ਤੌਰ ਤੇ, ਉਦੋਂ ਵੈਸੇ ਹੀ ਲੋਕਾਂ ਨੇ ਕਹਿ ਦੇਣਾ ਵੀ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ, ਸਾਡਾ ਗੁਜ਼ਾਰਾ ਹੋਣੋਂ ਹਟ ਗਿਆ, ਸਾਡੀਆਂ ਜ਼ਮੀਨਾਂ ਠੇਕੇ ਤੇ ਲੈ ਲਓ। ਠੇਕਾ ਨੀਤੀ ਲੈ ਕੇ ਆ ਰਹੀਆਂ ਨੇ। ਸਾਰਾ ਹਿੰਦੁਸਤਾਨ ਆ ਜਿਹੜਾ ਇਸ ਨਰਿੰਦਰ ਮੋਦੀ ਨੇ, ਇਸ ਵਪਾਰੀਆਂ ਦੇ ਏਜੰਟ ਨੇ। ਇਹ ਪ੍ਰਧਾਨ ਮੰਤਰੀ ਨਹੀਂ, ਇਹ ਅਯੋਗਪਤੀ ਲੋਕਾਂ ਦਾ ਏਜੰਟ ਹੋ ਕੇ ਹਿੰਦੁਸਤਾਨ ਦੇ ਵਿੱਚ ਕੰਮ ਕਰ ਰਹੇ ਨੇ। ਇਕੱਲੀ ਚੀਜ਼ ਨਹੀਂ, ਇਕੱਲੇ ਆ ਬਿੱਲ ਨਹੀਂ, ਕਾਲੇ ਕਾਨੂੰਨ ਨਹੀਂ ਲੈ ਕੇ ਇਹਨਾਂ ਨੇ ਸਾਰਾ ਕੁਝ ਵੇਚ ਦਿੱਤਾ। ਰੇਲਵੇਆਂ ਤੋਂ ਲੈ ਕੇ
ਏਅਰਪੋਰਟਾਂ ਤੋਂ ਲੈ ਕੇ ਸਾਰਾ ਕੁਝ ਇਹਨੇ ਵੇਚਿਆ। ਅੱਜ ਇਹਨੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਵੱਡੀ ਨਿਗਾਹ ਕਰਕੇ ਆਹ ਕਾਲੇ ਕਾਨੂੰਨ ਲੈ ਕੇ ਆਇਆ ਹੈ। ਇਸ ਕਾਲੇ ਕਾਨੂੰਨਾਂ ਨੇ ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਹੈ। ਇਹਨੇ ਸਾਰੇ ਸੈਲਰ ਮਾਲਕਾਂ ਨੂੰ ਮਾਰਨਾ ਹੈ, ਭੱਠੇ ਮਾਲਕਾਂ ਨੂੰ ਮਾਰਨਾ ਹੈ, ਛੋਟੇ ਦੁਕਾਨਦਾਰਾਂ ਨੂੰ ਮਾਰਨਾ ਹੈ। ਇਹਦੇ ਵਿੱਚ ਸਾਰਾ ਕੁਝ ਰਿੜ ਜਾਣਾ ਹੈ। ਇੱਥੋਂ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ, ਇਹਦੇ ਵਿੱਚ ਜਿਹੜਾ 25 ਤਰੀਕ ਦਾ ਸਾਡਾ ਬੰਦ ਦਾ ਸੱਦਾ ਹੈ, 24 ਤਰੀਕ ਨੂੰ ਅਸੀਂ ਰੇਲਾਂ ਦੀਆਂ ਪਟੜੀਆਂ ਤੇ ਬੈਠਣ ਜਾ ਰਹੇ ਹਾਂ। ਅਸੀਂ ਇਹ ਕਾਨੂੰਨ ਨੂੰ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ। ਕਿਉਂ? ਪੰਜਾਬ ਦੇ ਉੱਤੇ ਸੈਂਟਰ ਬੀਜੇਪੀ ਅੱਜ ਦੀ ਖਾਸ ਕਰਕੇ ਇਹ ਜਿਹੜੀ ਬੀਜੇਪੀ ਹੈ ਇਹ ਆਰਐਸਐਸ ਦੀ ਨੀਤੀ ਦੇ ਮੁਤਾਬਕ ਕਰਦਾ ਵੀ ਜੇ ਹਿੰਦੂ ਰਾਸ਼ਟਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਪੰਜਾਬ ਨੂੰ ਪਹਿਲਾਂ ਇੰਨਾ ਨੱਪ ਲਿਆ ਜਾਵੇ ਆਰਥਿਕ ਪੱਖੋਂ, ਇਹਨਾਂ ਨੂੰ ਬਿਲਕੁਲ ਗਰੀਬੀ ਦੀ ਰੇਖਾ ਥੱਲੇ ਲਿਆ ਕੇ ਫਿਰ ਇਹ ਲੋਕ ਤੁਹਾਡੇ ਕਾਬੂ ਆ ਸਕਦੇ ਨੇ, ਨਹੀਂ ਕਾਬੂ ਨਹੀਂ ਆ ਸਕਦੇ। ਉਸੇ ਨੀਤੀ ਦੇ ਮੁਤਾਬਕ ਇਹ ਪੰਜਾਬ ਨੂੰ ਵੱਧ ਰਿਹਾ ਹੈ। ਇਹ ਮਤ ਭੁੱਲੇ ਉਹ ਪੰਜਾਬ ਹੈ, ਸਾਡੇ ਗੁਰੂਆਂ ਦੀ ਧਰਤੀ, ਅਸੀਂ ਕਦੇ ਈਨ ਨਹੀਂ ਕਬੂਲ ਕੀਤੀ। ਇਹਦਾ ਜਵਾਬ ਹੈ ਜਿਹੜਾ ਪੂਰਨ ਤੌਰ ਤੇ ਪੰਜਾਬ ਦੇ ਲੋਕ ਅੱਜ ਇਸ ਮੰਚ ਤੋਂ ਤੁਸੀਂ ਦੇਖ ਸਕਦੇ ਹੋ। ਅੱਜ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਤੇ ਸਾਡੇ ਨੌਜਵਾਨ ਜਿਹੜੇ ਆਪ ਮਹਾਰੇ ਹੋ ਕੇ ਇਸ ਕਾਨੂੰਨ ਦੇ ਇਹ ਸਾਰੇ ਜਾਲਾਂ ਚੋਂ ਨਿਕਲੇ ਨੇ। ਜਿਹੜੇ ਰਾਜਨੀਤਿਕ ਲੋਕ ਇਹਨਾਂ ਦੇ ਏਜੰਟ ਬਣ ਕੇ ਇਹਨਾਂ ਨੂੰ ਟਿਕਾਉਣ ਤੇ ਲੱਗੇ ਹੋਏ ਤੇ, ਜਿਵੇਂ ਸੁਖਬੀਰ ਬਾਦਲ ਦਾ ਪਰਿਵਾਰ ਹੋ ਗਿਆ, ਕਾਂਗਰਸ ਹੋ ਗਈ, ਅੱਜ ਉਹ ਆਪਣਾ ਪੱਲਾ ਬਚਾਉਂਦੇ ਨੇ। ਉਹ ਕਹਿੰਦੀ ਹੈ ਵੀ ਮੈਂ ਅਸਤੀਫਾ ਦੇ ਦਿੱਤਾ। ਅੱਜ ਉਹਦਾ ਬਿਆਨ ਹੈ ਬਹੁਤ ਖਤਰਨਾਕ। ਉਹ ਕਹਿੰਦੀ ਮੈਂ ਨਹੀਂ ਇਹਦਾ ਵਿਰੋਧ ਕਰਦੀ, ਮੈਂ ਤਾਂ ਕਹਿੰਦੀ ਵਿਰੋਧ ਇਹਦਾ ਕਿਸਾਨ ਕਰਦੇ ਆ। ਉਹ ਤਾਂ ਇਹ ਆਰਡੀਨੈਂਸ ਹੈ ਜਿਹੜੇ ਬਹੁਤ ਕੰਮ ਦੇ ਹੈ। ਕਿਸਾਨਾਂ ਨੇ ਇਹ ਧਿਆਨ ਨਾਲ ਪੜ੍ਹੇ ਨਹੀਂ, ਪਹਿਲਾਂ ਚਿੱਠੀਆਂ ਲੈ ਕੇ ਆਏ ਨੇ। ਕਿਉਂ? ਜਿਹੜੇ ਪਰਿਵਾਰ ਨੇ ਇਹ ਲੰਬੇ ਸਮੇਂ ਤੋਂ ਲੈ ਕੇ ਕੈਪਟਨ ਕੇ ਤੇ ਬਾਦਲ ਪਰਿਵਾਰ ਕੇ ਇਹਨਾਂ ਨੇ ਬਹੁਤ ਵੱਡੇ ਤਰੀਕੇ ਨਾਲ ਇਹ ਝੂਠ ਵੱਢਣ ਦਾ ਜਿਹੜਾ ਇਹਨਾਂ ਦਾ ਬਹੁਤ ਵਧੀਆ ਤਰੀਕਾ ਹੈ। ਇਹ ਝੂਠ ਨੂੰ ਮਤਲਬ ਐਨ ਯਕੀਨ ਬਣਾ ਕੇ ਪੇਸ਼ ਕਰਦੇ ਹੈ, ਪਰ ਉਹ ਲੋਕਾਂ ਨੇ ਉਹਨੂੰ ਠੋਕਰ ਮਾਰੀ ਹੈ। ਅੱਜ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਕਿਉਂ? ਦੋ ਥਾਵੇਂ ਸਾਡੇ ਪ੍ਰੋਗਰਾਮ ਚੱਲਦੇ ਸੀਗੇ, ਬਾਦਲ ਪਿੰਡ ਤੇ ਇੱਥੇ ਪਟਿਆਲੇ ਦੇ ਅੰਦਰ। ਪਟਿਆਲੇ ਨਾਲ ਜਿਹੜੀਆਂ ਮੰਗਾਂ ਸਾਡੀਆਂ ਜੁੜਦੀਆਂ ਸੀਗੀਆਂ, ਜਿਵੇਂ ਪਰਾਲੀ ਫੂਕਣ ਵਾਸਤੇ ਕੈਪਟਨ ਕਹਿੰਦਾ ਰਿਹਾ ਵੀ ਜਿਹੜਾ ਮੈਂ 2500 ਰੁਪਈਆ ਦੇਵਾਂਗਾ ਜਿਹੜਾ ਕਿਸਾਨ ਵਿੱਚ ਵਾਹ ਕੇ ਪਰਾਲੀ ਕਣਕ ਬੀਜੂਗਾ, ਪਰ ਇਹਨੇ ਕਿਸੇ ਨੂੰ ਧੇਲਾ ਨਹੀਂ ਦਿੱਤਾ। ਗ੍ਰੀਨ ਸੁੰਡੀ ਨੇ ਲੋਕਾਂ ਦੀ ਕਣਕ ਕਈ 100 ਏਕੜ ਪੰਜਾਬ ਦੀ ਕਣਕ ਖਾਧੀ। ਉਹ ਕਿਸਾਨਾਂ ਦਾ ਬਹੁਤ ਵੱਡਾ ਜਾੜਾ ਹੋਇਆ, ਕਿਸੇ ਨੂੰ ਧੇਲਾ ਨਹੀਂ ਦਿੱਤਾ। ਝੂਠ ਵੱਢਿਆ ਨੇ ਵੀ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ, ਮੈਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗਾ, ਨਸ਼ਾ ਬੰਦ ਕਰੂੰਗਾ। ਪਰ ਕਿਤੇ ਮੋਦੀ ਤਾਂ ਇਹ ਕਹਿ ਰਿਹਾ ਵੀ ਕੱਲ੍ਹ ਇਹ ਬਿਆਨ ਆਇਆ ਐਮਐਸਪੀ ਲਾਗੂ ਰਹੂਗੀ ਤੇ ਮੰਡੀ ਵੀ ਲਾਗੂ ਰਹਿਣਗੇ ਤੇ ਐਮਐਸਪੀ 50 ਰੁਪਏ ਹੋਰ ਵੀ ਵਧਾ ਦਿੱਤੀ ਕੱਲ੍ਹ ਦਾ ਉਹਨੇ। ਤੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਠੀਕ ਹੈ ਸਾਡੇ ਲਈ? ਐਮਐਸਪੀ ਤਾਂ ਇਹਦਾ ਮਤਲਬ ਇਹ ਹੈ ਵੀ ਜਿਵੇਂ ਕਿਸੇ ਦਾ ਅੰਗ ਪੈਰ ਟੁੱਟ ਜਾਵੇ, ਅਲੱਗ ਹੋ ਜਾਵੇ, ਉਹਦੇ ਉੱਤੇ ਆਪਾਂ ਮੋਮ ਲਾ ਦਈਏ, ਉਹ ਕੰਮ ਨਹੀਂ ਕਰੂਗੀ। ਇਹ ਤਾਂ ਸਿਰਫ ਕਿਸਾਨਾਂ ਨੂੰ ਇੱਕ ਟਿਕਾਉਣ ਦਾ ਤਰੀਕਾ ਇਹਨਾਂ ਦਾ ਬਹੁਤ ਵਧੀਆ ਵੀ ਅਸੀਂ ਆ ਜਿਹੜੀ ਜੇ ਇਹ ਮਤਲਬ ਐਮਐਸਪੀ ਹੈ ਇਹ ਅਸੀਂ 50 ਰੁਪਏ ਤੁਹਾਨੂੰ ਵੱਧ ਵੀ ਦੇਵਾਂਗੇ। ਅਸੀਂ ਪਹਿਲਾਂ ਹੀ ਲੋਕਾਂ ਨੂੰ ਜਿਹੜਾ 5 ਦਿਨਾਂ ਦਾ ਅਸੀਂ ਮੋਰਚਾ ਪਿੰਡਾਂ 'ਚ ਲਾਇਆ ਸੀ, ਲੋਕਾਂ ਨੂੰ ਅਸੀਂ ਕਿਹਾ ਵੀ ਇਹ ਵਪਾਰੀ ਜਿਹੜੇ ਵਪਾਰੀ ਨੇ ਬੀਜੇਪੀ ਵਾਲੇ ਸਾਰੇ, ਇਹਨਾਂ ਕੋਲੇ ਧਨ ਹੈ ਜਿਹੜਾ 2 ਨੰਬਰ ਦਾ ਬਹੁਤ ਇਹਨਾਂ ਨੇ ਖੂਨ ਚੂਸ ਕੇ ਲੋਕਾਂ ਦਾ ਇਕੱਠਾ ਕੀਤਾ। ਇਹ ਤੁਹਾਨੂੰ 200 ਰੁਪਈਆ 300 ਰੁਪਈਆ 500 ਰੁਪਈਆ ਵੀ ਵੱਧ ਦੇ ਸਕਦੇ ਨੇ। 50 ਰੁਪਏ ਦੀ ਤਾਂ ਤੁਸੀਂ ਗੱਲ ਛੱਡੋ। ਕਿਉਂ? ਲੋਕ ਉਧਰ ਨੂੰ ਵੀ ਰੁੱਝ ਜਾਣ, ਅਸੀਂ ਫੇਰ ਜਿਹੜੀਆਂ ਮੰਡੀਆਂ ਦਾ ਪੂਰਨ ਤੌਰ ਤੇ ਭੋਗ ਪਾ ਕੇ ਇਹਨਾਂ ਨੂੰ ਜਵਾਬ ਦੇ ਸਕੀਏ। ਜਦੋਂ ਏਜੰਸੀਆਂ ਖਤਮ ਹੋ ਗਈਆਂ ਫਿਰ ਪ੍ਰਾਈਵੇਟ ਚਾਹੇ 500 ਨੂੰ ਖਰੀਦੇ ਚਾਹੇ 200 ਨੂੰ ਖਰੀਦੇ, ਇਹਦਾ ਮਤਲਬ ਤਾਂ ਪੂਰਨ ਤੌਰ ਤੇ ਇਹ ਨਿਕਲਦਾ ਹੈ। ਮੈਂ ਜਵਾਨ ਨੂੰ ਪੁੱਛਣਾ ਚਾਹੁੰਦਾ ਵੀ ਜਿਵੇਂ ਸਨੀ ਦਿਓਲ ਵਰਗੇ ਜਵਾਨ ਨੇਤਾ ਨੇ, ਉਹਨਾਂ ਨੇ ਤੁਸੀਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਜਵਾਨ ਸਮਝ ਕੇ, ਬੜਾ ਜੱਟਾਂ ਲਈ ਉਹ ਜੱਟ ਸੀਗੇ, ਪੰਪ ਵੀ ਪੱਟਿਆ ਸੀ ਉਹਨਾਂ ਨੇ, ਲੋਕਾਂ ਨੇ ਹੁਮ ਹੁਮਾ ਕੇ ਉਹਨੂੰ ਵੋਟਾਂ ਪਾਈਆਂ ਕਿਸਾਨ ਤੇ ਅੱਜ ਉਹ ਵੀ ਕਹਿ ਰਹੇ ਨੇ ਕਿ ਇਹ ਬਿੱਲ ਬਹੁਤ ਵਧੀਆ ਹੈ, ਕਿਸਾਨਾਂ ਦੇ ਹੱਕਾਂ ਦੇ ਵਿੱਚ ਹੈ। ਤੁਹਾਨੂੰ ਲੱਗਦਾ ਵੀ ਹਾਂ ਵਧੀਆ ਹੈ ਤੇ ਉਸ ਦੀ ਗੱਲ ਨਹੀਂ ਮੰਨਦੇ ਹੈਗੇ? ਜਿਹੜੇ ਸਨੀ ਦਿਓਲ ਨੇ ਇਹ ਸਾਰੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਉਹ ਖਰੀਦੇ ਹੋਏ ਨੇ, ਉਹ ਮੋਦੀ ਵਰਗਿਆਂ ਦੇ ਉਹਨਾਂ ਦੀ ਬੋਲੀ ਉਹਨਾਂ ਨੇ ਬੋਲਣੀ ਆ। ਕਿਉਂਕਿ ਅੱਜ ਜਿਹੜੇ ਇਹ 3 ਆਰਡੀਨੈਂਸ ਸਰਕਾਰ ਲੈ ਕੇ ਆਈ ਆ, ਉਹ ਭਾਵੇਂ ਕਹਿ ਰਹੇ ਨੇ ਵੀ ਐਮਐਸਪੀ ਨਹੀਂ ਅਸੀਂ ਖਤਮ ਕਰਦੇ, ਪਰ ਜਿਹੜਾ ਟੈਕਸ 8.5% ਟੈਕਸ ਉਹ ਮੰਡੀਆਂ ਦੇ ਵਿੱਚ ਸਾਤੋਂ ਲਿਆ ਜਾਂਦਾ, ਉਹ ਪ੍ਰਾਈਵੇਟ ਅਦਾਰੇ ਨੇ ਜਿਹੜੇ ਉਹਨਾਂ ਨੂੰ ਛੋਟ ਆ ਉਹਦੇ ਚੋਂ 160 ਰੁਪਏ ਤਾਂ ਉਹੀ ਬਚ ਗਏ ਉਹਨਾਂ ਨੂੰ। ਇਸ ਕਰਕੇ ਜੇ ਉਹ 100 ਰੁਪਈਆ ਵੱਧ ਵੀ ਕਿਸਾਨਾਂ ਨੂੰ ਦੇਣਗੇ ਤਾਂ ਕਿਸਾਨ ਮੰਡੀਆਂ ਵਾਲੇ ਪਾਸੇ ਜਾਣਗੇ, ਉਹ ਪ੍ਰਾਈਵੇਟ ਮੰਡੀਆਂ ਵਾਲੇ ਪਾਸੇ। ਐਵੇਂ ਜਿਵੇਂ ਇਹਨਾਂ ਨੇ ਸਾਡੇ ਸਰਕਾਰੀ ਸਕੂਲ ਜਦੋਂ ਖਤਮ ਕੀਤੇ ਨੇ, ਉਹਨਾਂ ਨੇ ਕਿਹਾ ਵੀ 8ਵੀਂ ਵਾਲੇ ਨੂੰ 5ਵੀਂ ਵਾਲੇ ਨੂੰ ਫੇਲ ਨਹੀਂ ਕਰਨਾ, ਉੱਥੇ ਸਰਕਾਰੀ ਸਕੂਲਾਂ ਦੇ ਵਿੱਚੋਂ ਟੀਚਰ ਗਾਇਬ ਕਰਤੇ। ਇਸ ਕਰਕੇ ਪ੍ਰਾਈਵੇਟ ਸਕੂਲ ਖੋਲ੍ਹਤੇ। ਆਹੀ ਕੁਛ ਹੁਣ ਪ੍ਰਾਈਵੇਟ ਮੰਡੀਆਂ ਖੋਲ੍ਹ ਕੇ ਜਿਵੇਂ ਪ੍ਰਾਈਵੇਟ ਹਸਪਤਾਲ ਖੋਲ੍ਹੇ ਨੇ, ਇਸ ਤਰੀਕੇ ਨਾਲ ਸਾਡੀਆਂ ਮੰਡੀਆਂ ਜਿਹੜੀਆਂ ਉਹ ਇੱਥੋਂ ਸਰਕਾਰ ਖਤਮ ਕਰਨਾ ਚਾਹੁੰਦੀ ਆ। ਇਸ ਕਰਕੇ ਭਾਵੇਂ ਇਹ ਕਹਿੰਦੇ ਨੇ ਵੀ ਬਿੱਲ ਪਾਸ ਹੋ ਗਏ, ਹੁਣ ਕੀ ਬਣੂਗਾ, ਇਹ ਗੱਲ ਇਹ ਨਹੀਂ ਹੈ। ਜਦੋਂ ਲੋਕਾਂ ਦਾ ਹੜ੍ਹ ਆਉਂਦਾ, ਉਹਨਾਂ ਨੇ ਇੱਥੋਂ ਦੀ ਸੁਪਰੀਮ ਕੋਰਟ ਨੇ ਵੀ ਇਹ ਸਜ਼ਾ ਕਰਤੀ ਮਨਜੀਤ
ਧਨੇਰ ਨੂੰ ਸਜ਼ਾ ਕਰਤੀ, ਪਰ ਲੋਕ ਜਦੋਂ ਆ ਬਰਾਬਰ ਕਚਹਿਰੀਆਂ ਲਾਉਂਦੇ ਨੇ ਇਹ ਕਾਨੂੰਨਾਂ ਨੂੰ ਪੈਰਾਂ ਥੱਲੇ ਮਸਲ ਦਿੰਦੇ ਨੇ। ਆਹ ਵੱਡੀ ਗਿਣਤੀ 'ਚ ਨੌਜਵਾਨੀ ਆਈ ਆ, ਔਰਤਾਂ ਆਈਆਂ ਨੇ। ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਆ ਉਹ ਉੱਠ ਰਹੀ ਆ। ਕਾਨੂੰਨ ਤਾਂ ਮੰਨ ਲੈਣ ਦੇ ਨੇ, ਕਿਉਂਕਿ ਇੱਥੇ ਕਾਨੂੰਨ ਆ ਵੀ ਕਰਜ਼ੇ ਦੇ ਮਾਮਲੇ ਦੇ ਚੱਕ ਕੇ ਅੰਦਰ ਠੋਕ ਦੋ ਕਿਸਾਨ ਨੂੰ। ਕਰਜ਼ੇ ਦੇ ਮਾਮਲੇ ਪਰ ਮੇਰਾ ਸਵਾਲ ਇੱਥੇ ਇੱਕ ਇਹ ਹੈ, ਤੁਸੀਂ ਧਨੇਰ ਦਾ ਐਗਜ਼ਾਮਪਲ ਦਿੰਦੇ ਹੋ, ਪਰ ਕਈ ਥਾਂ ਤੇ ਦੇਖਿਆ ਜਿਵੇਂ ਪੁਰਾਣੇ ਪ੍ਰੋਟੈਸਟ ਹੋਏ ਨੇ, ਐਨਆਰਸੀ ਦਾ ਪ੍ਰੋਟੈਸਟ ਹੋਇਆ ਹੈ ਤੇ ਜਿਵੇਂ ਬਰਗਾੜੀ ਮੋਰਚਾ ਲੱਗਿਆ ਸੀ, ਸਰਕਾਰਾਂ ਨੂੰ ਇਹ ਪਤਾ ਹੈ ਵੀ ਇਹ ਕੁਝ ਸਮਾਂ ਰੌਲਾ ਪਾਉਣਗੇ ਲੋਕ ਤੇ ਕੁਝ ਸਮੇਂ ਬਾਅਦ ਆਪਣੇ ਆਪ ਠੰਡੇ ਹੋ ਜਾਣਗੇ। ਉਹਨਾਂ ਨੂੰ ਪਤਾ ਹੈ, ਕਿਉਂਕਿ ਅੱਗੇ ਅਗਰ ਜੇ ਉਹਨਾਂ ਨੇ ਸਮਝਣਾ ਹੁੰਦਾ ਕਿਸਾਨਾਂ ਨੂੰ, ਕਿਸਾਨ ਜਦੋਂ ਆਰਡੀਨੈਂਸ ਆਇਆ ਸੀ ਉਦੋਂ ਦਾ ਹੀ ਵਿਰੋਧ ਕਰ ਰਹੇ ਨੇ, ਤਾਂ ਉਹਨਾਂ ਨੇ ਉੱਥੇ ਰੋਕ ਦੇਣਾ ਸੀਗਾ, ਰਾਜ ਸਭਾ 'ਚ ਲੈ ਕੇ ਨਾ ਆਉਂਦੇ, ਲੋਕ ਸਭਾ 'ਚ ਲੈ ਕੇ ਨਾ ਆਉਂਦੇ। ਤਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਲੋਕ ਥੋੜ੍ਹੇ ਦਿਨਾਂ ਬਾਅਦ ਇਸ ਨੂੰ ਪ੍ਰੋਟੈਸਟ ਨੂੰ ਬੰਦ ਕਰ ਦੇਣਗੇ, ਸ਼ਾਂਤ ਹੋ ਜਾਣਗੇ। ਜਿਵੇਂ ਐਨਆਰਸੀ ਦਾ ਹੁਣ ਕਾਨੂੰਨ ਬਣ ਚੁੱਕਿਆ ਹੈ, ਲੋਕ ਭੁੱਲ ਗਏ ਨੇ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਦੇ ਸੀ, ਉਹ ਲੋਕ ਭੁੱਲ ਚੁੱਕੇ ਨੇ, ਕਾਨੂੰਨ ਬਣ ਚੁੱਕਿਆ ਹੈ। ਬਰਗਾੜੀ ਦਾ ਕੁਝ ਨਹੀਂ ਹੋਇਆ, ਉਹ ਵੀ ਲੋਕ ਭੁੱਲ ਚੁੱਕੇ ਨੇ। ਤੇ ਕੀ ਇਸੇ ਤਰ੍ਹਾਂ ਵੀ ਆ ਵੀ ਜਿਹੜਾ ਮੋਰਚਾ ਲੱਗਿਆ ਇਹ ਵੀ ਲੋਕ ਭੁੱਲ ਜਾਣਗੇ ਥੋੜ੍ਹੇ ਦਿਨਾਂ ਬਾਅਦ, ਕਿਉਂਕਿ ਕਾਨੂੰਨ ਤਾਂ ਬਣ ਹੀ ਜਾਣਾ, ਕੱਲ੍ਹ ਪਰਸੋਂ ਦਾ ਕਾਨੂੰਨ ਬਣ ਜਾਣਾ ਹੈ, ਰਾਸ਼ਟਰਪਤੀ ਸਾਹਿਬ ਨੂੰ ਕਾਨੂੰਨ ਬਣ ਜਾਣਾ ਹੈ। ਕੀ ਤੁਸੀਂ ਇੱਥੇ ਹੀ ਸਮਾਪਤ ਰਹਿ ਜਾਓਗੇ ਜਾਂ ਕੀ ਕਰੋਗੇ ਤੁਸੀਂ? ਬਾਈ ਜੀ, ਗੱਲ ਇਹ ਹੈ ਵੀ ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਤੇ ਸਾਡਾ ਜਿਹੜਾ ਇਹ ਅੰਦੋਲਨ ਹੈ ਇੰਨਾ ਸੌਖਾ ਨਹੀਂ ਕਿ ਅਸੀਂ ਕਾਨੂੰਨ ਬਣਨ ਤੇ ਇਹਨੂੰ ਮੰਨ ਲਾਂਗੇ ਤੇ ਇਹਦਾ ਅਸੀਂ ਸਿਰ ਮੱਥੇ ਇਹਨੂੰ ਐਕਸੈਪਟ ਕਰ ਲਾਂਗੇ। ਸਾਡਾ ਜਿਹੜਾ ਮੋਰਚਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਰੀਆਂ ਜਥੇਬੰਦੀਆਂ ਨਾਲ ਰਲਮਾ ਜਿਹੜਾ ਐਕਸ਼ਨ ਅਸੀਂ ਕਰ ਰਹੇ ਹਾਂ, ਅਸੀਂ ਉਦੋਂ ਤੱਕ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰੱਖਾਂਗੇ ਜਦੋਂ ਤੱਕ ਇਹ ਵਾਪਸ ਨਹੀਂ ਲੈ ਲੈਂਦੇ। ਤੇ ਇਹ ਨਿਰਵਿਘਨ ਤੇ ਲੰਬੇ ਸਮੇਂ ਲਈ, ਚਾਹੇ ਸਾਨੂੰ 2 ਮਹੀਨੇ ਕਿਉਂ ਨਾ ਪ੍ਰੋਟੈਸਟ ਲਗਾਤਾਰ ਕਰਨਾ ਪਵੇ, ਸੰਸਦ ਕਿਉਂ ਨਾ ਘੇਰਨੀ ਪਵੇ, ਲੋਕ ਸਭਾ ਵਿਧਾਨ ਸਭਾ ਕਿਉਂ ਨਾ ਘੇਰਨੀ ਪਵੇ, ਇਹ ਸਾਡੀ ਜ਼ਿੰਦਗੀ ਤੇ ਜਾਨ ਦਾ ਸਵਾਲ ਹੈ, ਜਾਨ ਤੇ ਮਾਲ ਦਾ। ਅਸੀਂ ਸਮਝਦੇ ਹਾਂ ਜੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਇਹਦੇ ਨਾਲੋਂ ਸਾਡਾ ਮਰ ਜਾਣਾ 100 ਗੁਣੇ ਬਿਹਤਰ ਹੈ। ਜਦੋਂ ਅਸੀਂ ਆਪਣੀ ਇਸ ਗੱਲ ਨੂੰ ਲੈ ਕੇ ਆਪਣੀ ਜਾਨ ਤੋਂ ਵੀ ਵੱਧ ਕੇ ਇਸ ਚੀਜ਼ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਸਾਨੂੰ ਮਰਨਾ ਮਨਜ਼ੂਰ ਹੈ, ਕਾਨੂੰਨ ਨਹੀਂ ਮਨਜ਼ੂਰ, ਹਰ ਹੱਦ ਤੱਕ ਜਾ ਕੇ ਚਾਹੇ ਸਾਨੂੰ ਸ਼ਹੀਦੀਆਂ ਦੇਣੀਆਂ ਪੈਣ, ਲੜਾਂਗੇ ਤੇ ਹਰ ਹਾਲਤ 'ਚ ਇਹਨਾਂ ਨੂੰ ਵਾਪਸ ਕਰਾਵਾਂਗੇ। ਜਿਹੜੀ ਗੱਲ ਤੁਸੀਂ ਇਹ ਕਰੀ ਆ ਵੀ ਬਰਗਾੜੀ ਵਾਲਾ ਮੋਰਚਾ ਫੇਲ ਹੋ ਗਿਆ, ਹੋਰ ਮੋਰਚੇ ਫੇਲ ਹੋਏ ਨੇ। ਆ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਦਾ ਪਸੋਕੜਾ ਪਿਛਲਾ ਜਿੰਨੀਆਂ ਅਸੀਂ ਲੜਾਈਆਂ ਲੜਦੇ ਆ, ਇੱਕ ਲਾਈਨ ਦੇ ਵਿੱਚ, ਇੱਕ ਜਾਬਤੇ ਦੇ ਵਿੱਚ ਲਗਭਗ 25 ਕਿਸਾਨ ਸਾਡੇ ਸ਼ਹੀਦ ਹੋਏ ਨੇ। ਇਸ ਕਰਕੇ ਬਹੁਤ ਸਵਾਲ ਕਰਦੇ ਨੇ ਸਾਨੂੰ ਵੀ ਯਾਰ ਆਗੂ ਤਾਂ ਵਿਕ ਜਾਂਦੇ ਹੁੰਦੇ ਨੇ। ਇਸ ਕਰਕੇ ਇਹ ਗੱਲ ਠੀਕ ਵੀ ਆ ਉਹਨਾਂ ਦੀ, ਪਰ ਆ ਸਾਡੀ ਜਥੇਬੰਦੀ ਨੇ ਦਿਖਾਇਆ। ਆ ਸਾਡੇ ਪ੍ਰਧਾਨ ਗੁਰਾਹਾਂ ਸਾਹਿਬ ਨੇ ਉਹਦੇ ਵੀ ਪੱਤਰਕਾਰਾਂ ਨੇ ਸਵਾਲ ਕੀਤੇ, ਉਹਨਾਂ ਨੇ ਕਿਹਾ, ਕਹਿੰਦੇ ਯਾਰ 5 ਸਾਲ ਜਿਉਣਾ ਕਿ 2 ਸਾਲ ਜਿਉਣਾ, ਕੁੱਤੇ ਦੀ ਮੌਤ ਨਹੀਂ ਮਰਦੇ। ਇਸ ਕਰਕੇ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟ ਕੇ ਆਉਣ ਵਾਲੇ ਦਿਨਾਂ 'ਚ ਇੱਕ ਲਾਈਨ ਦੇ ਵਿੱਚ ਇੱਕ ਜਾਬਤੇ ਸੰਘਰਸ਼ ਚੱਲ ਰਿਹਾ, ਇਹ ਸਰਕਾਰ ਦੀ ਮਜਬੂਰੀ ਬਣਾਵਾਂਗੇ। ਇਹ ਸਾਰੇ ਲੋਕਾਂ ਦੇ ਜਿਹੜੀ ਤਾਕਤ ਨੂੰ ਇਕੱਠੀ ਕਰਕੇ ਇਹ ਜਿਹੜੇ ਆਰਡੀਨੈਂਸ ਨੇ ਉਹ ਲੋਕਾਂ ਨੂੰ ਆਪਦੇ ਪੈਰ ਦੀ ਜੁੱਤੀ ਥੱਲੇ ਲੱਤੜਨਗੇ। ਜਿਹੜੇ ਲੀਡਰ ਨੇ ਉਹ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਤਾਂ ਹੱਥ ਜੋੜਦੇ ਨੇ ਆ ਕੇ ਵੀ ਹਾਂ ਸਾਨੂੰ ਵੋਟਾਂ ਦਿਓ, ਸਾਨੂੰ ਵੋਟਾਂ ਦਿਓ। ਬਹੁਤ ਸਮਝਦਾਰ ਸਾਡੇ ਵੋਟਰ ਨੇ, ਬਹੁਤ ਸਮਝਦਾਰ ਨੇ। ਪਰ ਹੁਣ ਉਹੀ ਲੀਡਰ ਕਹਿ ਰਹੇ ਨੇ ਵੀ ਤੁਹਾਨੂੰ ਸਮਝ ਨਹੀਂ ਹੈ ਇਸ ਬਿੱਲ ਦੀ। ਕੀ ਇਹਨਾਂ ਜਿਹੜਾ ਵੋਟਰਾਂ ਦੀ ਸਮਝ ਹੁਣ ਖਤਮ ਹੋ ਗਈ ਹੈ ਉਹਨਾਂ ਦੇ ਲਈ? ਉਹਨਾਂ ਲੀਡਰਾਂ ਲਈ ਤੁਸੀਂ ਕੀ ਕਰਨਾ ਚਾਹੋਗੇ? ਉਹ ਲੀਡਰਾਂ ਦੀਆਂ ਜਿਹੜੀਆਂ ਨੀਤ ਤੇ ਨੀਅਤ ਹੈ ਉਹ ਸਾਰਿਆਂ ਦੀ ਇੱਕ ਹੈ ਤੇ ਉਹ ਕਾਰਪੋਰੇਟ ਸੈਕਟਰ ਨੂੰ ਬੜਾਵਾ ਦੇ ਰਹੀਆਂ ਨੇ। ਇਹ ਸਭ ਕੁਝ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਲੋਕਾਂ ਨੂੰ ਅਸੀਂ ਘਰ ਘਰ ਚੁੱਲ੍ਹੇ ਗੱਲੇ ਪਹੁੰਚਾਉਣ 'ਚ ਕਾਮਯਾਬ ਰਿਹਾ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਹੁਣ ਇਹਨਾਂ ਦੀਆਂ ਲੂੰਬੜ ਚਾਲਾਂ ਦੇ ਉੱਤੇ ਜਿਹੜੇ ਲੋਕ ਨੇ ਬਿਲਕੁਲ ਵਿਸ਼ਵਾਸ ਨਹੀਂ ਕਰਨਗੇ ਅਤੇ ਅਸੀਂ ਇਹਨਾਂ ਨੂੰ ਆਪਦੇ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ। ਇਹ ਅਸੀਂ ਪੂਰਨ ਰੂਪ ਵਿੱਚ ਜਿਹੜਾ ਫੈਸਲਾ ਕੀਤਾ ਹੋਇਆ, ਇਹ ਹਰ ਜਿਹੜਾ ਲੀਡਰ ਪਿੰਡ 'ਚ ਵੜੂ ਉਹ ਛਿੱਤਰ ਖਾ ਕੇ ਨਿਕਲੂਗਾ। ਅੱਛਾ, ਮੈਨੂੰ ਇਹ ਦੱਸੋ, ਹੁਣ ਜਿਵੇਂ ਧਰਨਾ ਤੁਸੀਂ ਲਾਇਆ ਹੋਇਆ ਹੈ, ਇਹ ਸਮਾਂ ਤੁਹਾਡਾ ਖਰਾਬ ਹੋ ਰਿਹਾ ਹੈ। ਸਰਕਾਰ ਮੌਜ ਨਾਲ ਦਿੱਲੀ ਬੈਠੀ ਹੈ, ਪੰਜਾਬ ਸਰਕਾਰ ਚੰਡੀਗੜ੍ਹ ਬੈਠੀ ਹੈ, ਉਹਨਾਂ ਨੂੰ ਇਸ ਧਰਨੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿੱਥੇ ਮਰਜ਼ੀ ਆਪਣਾ ਟਾਈਮ ਖਰਾਬ ਕਰੋ, ਜੋ ਮਰਜ਼ੀ ਕਰੋ, ਇਹਦੇ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਹੁਣ ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਅੱਗੇ ਦੀ ਰਣਨੀਤੀ ਕੀ ਹੈ ਵੀ ਸਰਕਾਰ ਦੇ ਉੱਪਰ ਕੋਈ ਪ੍ਰੈਸ਼ਰ ਬਣੇ ਵੀ ਉਹ ਹਿੱਲਣ ਲਈ ਮਜਬੂਰ ਹੋਵੇ? ਤੁਹਾਡੀ ਅੱਗੇ ਦੀ ਰਣਨੀਤੀ ਕੀ ਹੋਊਗੀ? ਦੇਖੋ ਜੀ, ਪਹਿਲੀ ਗੱਲ ਤਾਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਪਟਿਆਲੇ 'ਚ ਬੈਠੇ ਹੋ ਜਾਂ ਬਾਦਲ ਬੈਠੇ ਸੀ ਵੀ ਸਰਕਾਰ ਨੂੰ ਫਰਕ ਨਹੀਂ ਪੈਂਦਾ। ਪਹਿਲੇ ਜਿਹੜੀ ਹਰਸਿਮਰਤ ਬਾਦਲ ਸੀ ਇਹ ਕਹਿੰਦੀ ਹੁੰਦੀ ਸੀ ਵੀ ਇਹ ਕਾਨੂੰਨ ਕਿਸਾਨਾਂ ਦੇ ਪੱਖ 'ਚ ਨੇ। ਅੱਜ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਅਗਲੀ ਗੱਲ, ਉਹ ਤਾਂ ਸਿਰਫ ਇੱਕ ਵੋਟ ਬੈਂਕ ਲਈ ਹੈ ਵੀ ਕਿਸਾਨਾਂ ਦੀ ਵੋਟ ਉਹਨੂੰ ਮਿਲਦੀ ਹੈ ਤਾਂ ਉਹਨੇ ਅਸਤੀਫਾ ਦਿੱਤਾ। ਹੋਰ ਤਾਂ ਮੇਰੇ ਖਿਆਲ ਨਾਲ ਤੁਹਾਡਾ ਵੀ ਕਹਿਣਾ ਇਹੀ ਹੈ ਕਿਸਾਨਾਂ ਦਾ ਵੀ ਉਹ ਸਿਰਫ ਪੋਲੀਟਿਕਸ਼ਨ ਖੇਡ ਰਹੀ ਹੈ। ਵੀ ਤੁਹਾਡਾ ਹੁਣ ਇਸ ਵਿਰੋਧ ਦਾ, ਅਗਰ ਤੁਸੀਂ ਇੱਥੇ ਬੈਠੇ ਹੋ, ਤੁਹਾਡੀਆਂ ਫਸਲਾਂ ਪਿੱਛੇ ਖਰਾਬ ਹੁੰਦੀਆਂ ਨੇ, ਤੁਹਾਡੇ ਬੱਚੇ ਪਿੱਛੇ ਇਕੱਲੇ ਰਹਿੰਦੇ ਨੇ ਤੇ ਸਰਕਾਰ ਨੂੰ ਇਹਦੇ ਉੱਪਰ ਕੋਈ ਪ੍ਰੈਸ਼ਰ ਨਹੀਂ ਪੈਂਦਾ ਹੈਗਾ। ਸਰਕਾਰ ਦਾ ਮੌਜਾ ਕਰੀ, ਅਗਰ ਉਹ ਪ੍ਰੈਸ਼ਰ ਪੈਂਦਾ ਹੁੰਦਾ ਤਾਂ ਉਹ ਇਹ ਕਾਨੂੰਨ ਨੂੰ ਅੱਗੇ ਲੈ ਕੇ ਨਾ ਜਾਂਦੀ। ਸਰਕਾਰ ਤੇ ਦੇਖੋ ਜੀ, ਮੈਂ ਪਹਿਲਾਂ ਬਾਦਲ ਸਰਕਾਰ ਦੀ ਗੱਲ ਕਰੀ ਹੈ,
ਕੈਪਟਨ ਸਾਹਿਬ ਨੇ ਕਿਹਾ ਸੀ ਵੀ ਪਟਿਆਲੇ 'ਚ ਨਾ ਆਇਓ, ਦਫਾ 44 ਲੱਗੀ ਹੈ, ਉਹਨਾਂ ਨੂੰ ਬਿਆਨ ਦੇਣਾ ਪੈ ਗਿਆ ਵੀ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਊਗਾ। ਮੋਦੀ ਸਾਹਿਬ ਜਿਹੜਾ ਕਣਕ ਦਾ ਭਾਅ ਉਹਨਾਂ ਨੇ MSP 1 ਮਹੀਨਾ ਪਿਛਲੇ ਤੁਸੀਂ ਰਿਕਾਰਡ ਦੇਖ ਲਓ ਵੀ 1 ਮਹੀਨਾ ਪਿੱਛੋਂ ਆਉਂਦਾ ਸੀ, ਹੁਣ ਨਵੰਬਰ ਮਹੀਨਾ ਹੈ, ਸਤੰਬਰ ਹੈ, ਨਵੰਬਰ ਦਸੰਬਰ 'ਚ ਜਾ ਕੇ ਉਹ ਦਿੰਦੇ ਤੇ ਉਹਨਾਂ ਨੂੰ 50 ਰੁਪਏ ਕਣਕ ਦੀ MSP ਹੁਣ ਦੇਣੀ ਪੈ ਗਈ ਵੀ ਕਿਸਾਨਾਂ ਨੂੰ। ਬਾਰ-ਬਾਰ ਉਹ TV ਤੋਂ ਐਲਾਨ ਕਰ ਰਹੇ ਹੈ ਵੀ ਕਣਕ ਦੀ MSP ਜਾਂ ਫਸਲਾਂ ਦੀ ਖਤਮ ਨਹੀਂ ਹੋਊਗੀ, ਸਰਕਾਰੀ ਖਰੀਦ ਜਾਰੀ ਰਹੂਗੀ। ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਕਿਸਾਨਾਂ ਦਾ ਵਿਦਰੋਹ ਦੇਖ ਕੇ ਮੋਦੀ ਸਾਹਿਬ ਦੀ ਵੀ ਜਿਹੜੀ ਪੂੰਛ ਤੇ ਪੈਰ ਰੱਖਿਆ ਗਿਆ। ਅੱਗੇ ਜਿਹੜੀ ਸਾਡੀ ਰਣਨੀਤੀ ਹੈ ਤੁਹਾਨੂੰ ਦੱਸਿਆ ਵੀ ਕੱਲ ਅਸੀਂ ਪਿੰਡਾਂ 'ਚ ਜਾਵਾਂਗੇ, ਸ਼ਹਿਰਾਂ 'ਚ ਜਾਵਾਂਗੇ, ਝੰਡਾ ਮਾਰਚ ਕਰਾਂਗੇ, ਦੱਸਾਂਗੇ ਹੋਰ ਕਿਸਾਨਾਂ ਨੂੰ ਜਿਹੜੇ ਨਹੀਂ ਆਏ, ਰੇਲਵੇ ਦੀਆਂ ਲਾਈਨਾਂ ਤੇ ਬੈਠਾਂਗੇ। 25 ਤਰੀਕ ਨੂੰ ਪੂਰਨ ਤੌਰ ਤੇ ਜਿਹੜੀਆਂ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਨੇ ਉਹ ਪੂਰਨ ਤੌਰ ਤੇ ਪੰਜਾਬ ਹੈ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਾਂਗੇ। 25 ਤਰੀਕ ਤੋਂ ਬਾਅਦ ਅਗਰ ਫਿਰ ਵੀ ਸਰਕਾਰ ਤੇ ਕੋਈ ਅਸਰ ਨਹੀਂ ਪੈਂਦਾ, ਫਿਰ ਉਸ ਤੋਂ ਬਾਅਦ ਕੀ ਤੁਹਾਡਾ ਪਲਾਨ ਹੈ? ਕਿ ਦੇਖੋ ਜੀ, ਜਿਹੜੀ ਹੁਣ ਇਹ ਲੜਾਈ ਹੈ ਇਹ ਜ਼ਮੀਨਾਂ ਦੀ ਲੜਾਈ ਹੈ। ਜ਼ਮੀਨ ਕਿਸਾਨ ਦੀ ਮਾਂ ਹੈ। ਅੱਜ ਤੱਕ ਇਤਿਹਾਸ ਹੈ, ਜੇ ਗੁਆਂਢੀ ਇੱਕ ਵੱਟ ਵੀ ਤੇ ਵੀ ਕਹੀ ਦਾ ਟੱਕ ਲਾ ਦਿੰਦਾ ਹੈ ਤਾਂ ਅਸੀਂ ਮਾਰਨ ਤੱਕ ਜਾਂਦੇ ਹਾਂ। ਹੁਣ ਸੈਂਟਰ ਸਰਕਾਰ ਨੇ ਜਿਹੜਾ ਸਾਡੀ ਮਾਂ ਦੇ ਪੱਲੂ ਨੂੰ ਹੱਥ ਪਾਇਆ, ਇਹ ਸਿੱਖ ਕੌਮ ਦਾ ਇਤਿਹਾਸ ਹੈ ਵੀ ਜਿਹੜਾ ਸਾਡੀਆਂ ਮਾਵਾਂ ਭੈਣਾਂ ਤੇ ਉਹ ਰੱਖਦਾ ਅਬਦਾਲੀ ਜਿਵੇਂ ਪਹਿਲਾਂ ਲੈ ਕੇ ਜਾਂਦਾ ਸੀ, ਫਿਰ ਅਸੀਂ ਚਾਹੇ ਮਾਰ ਦਈਏ ਚਾਹੇ ਮਰ ਜਾਈਏ। ਹੁਣ ਤੱਕ ਝੰਡੇ ਨੂੰ ਹੱਥ ਪਾਇਆ, ਜੇ ਲੋੜ ਪਈ ਤਾਂ ਖੰਡੇ ਨੂੰ ਵੀ ਹੱਥ ਪਾਉਣਾ ਪੈ ਜੂ। ਕਿਸਾਨਾਂ ਦਾ ਸਾਥ ਦੇਣ ਲਈ ਇੱਥੇ ਹੁਣ ਕਿਸਾਨਾਂ ਦੇ ਨਾਲ ਧਰਨੇ ਦੇ ਵਿੱਚ ਪਹੁੰਚੇ ਨੇ ਵੇਰਕਾ ਦੇ ਜਨਰਲ ਮੈਨੇਜਰ, ਸਾਬਕਾ ਜਨਰਲ ਮੈਨੇਜਰ ਬਲਵਿੰਦਰ ਸਿੰਘ ਜਾਤੀਵਾਲ। ਉਹਨਾਂ ਦੇ ਨਾਲ ਕੁਝ ਗੱਲਬਾਤ ਕਰਦੇ ਆ, ਉਹਨਾਂ ਤੋਂ ਪੁੱਛਦੇ ਆ ਕਿ ਇਸ ਕਾਨੂੰਨ ਬਾਰੇ, ਇਸ ਬਿੱਲ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜਾਤੀਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਸਾਰੇ ਸੰਸਾਰ ਵਿੱਚ ਬੈਠੇ ਪੰਜਾਬੀਆਂ ਨੂੰ, ਖਾਸ ਤੌਰ ਤੇ ਜਿਹੜੇ ਪੰਜਾਬ ਦੇ ਦਰਦੀ ਨੇ, ਭਾਵੇਂ ਉਹ NRI ਨੇ, ਭਾਵੇਂ ਇਸ ਪੰਜਾਬ 'ਚ ਰਹਿਣ ਵਾਲੇ ਨੇ, ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਸੰਘਰਸ਼ ਚੱਲ ਰਿਹਾ ਹੈ ਇਹਦਾ ਸਭ ਤੋਂ ਵੱਡਾ ਰੂਪ ਇਹ ਹੈ ਵੀ ਜਿਹੜੀ ਸਾਨੂੰ ਧਾਰਮਿਕ ਵਲਗਲਾਂ 'ਚੋਂ ਕੱਢ ਕੇ ਇੱਕ ਆਰਥਿਕ ਮੁੱਦੇ ਤੇ ਇਕੱਠੇ ਹੋਏ ਹਾਂ ਅਸੀਂ, ਇਹ ਇੱਕ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਲੋਕ ਅੱਜ ਕੱਲ੍ਹ ਬਹੁਤ ਵੰਡੇ ਹੋਏ ਨੇ। ਤਕਰੀਬਨ 7-8 ਜਿਹੜੇ ਮੈਂਟਲ ਬਲੌਕ ਨੇ ਲੋਕਾਂ ਦੇ, ਇੰਡੀਅਨ ਲੋਕਾਂ ਦੇ, ਜਿਹਦੇ ਵਿੱਚੋਂ ਉਹ ਸਾਰੀ ਵੰਡ ਪਾਈ ਹੋਈ ਹੈ ਇਹਨਾਂ ਨੇ। ਇਹ ਜਿਹੜੀਆਂ ਪਾਲਿਸੀਆਂ ਲਿਆ ਰਹੇ ਨੇ ਗਵਰਨਮੈਂਟ ਹੈ, ਇਹਨਾਂ ਸਾਰਿਆਂ ਦਾ ਮਤਲਬ ਇਹ ਹੈ ਵੀ ਲੋਕ ਜਿਹੜੇ ਹੈ ਉਹ ਆਰਥਿਕ ਮੰਗਾਂ ਤੋਂ ਭੁੱਲ ਕੇ ਉਹਨੂੰ ਅਸੀਂ ਇਹੀ ਜੀ ਅਫੀਮ ਦਈਏ ਧਰਮ ਦੀ, ਤਾਂ ਕਿ ਉਹ ਸੁੱਤੇ ਰਹਿਣ। ਦੂਸਰੀ ਗੱਲ ਮੈਂ ਤੁਹਾਨੂੰ ਇਹ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹੈ ਵੀ ਇਹ ਜਿਹੜੇ ਅਸੀਂ ਇਸ ਨੌਬਤ ਤੱਕ ਪਹੁੰਚੇ ਹਾਂ, ਤੁਸੀਂ ਇਹਦਾ ਜ਼ਰੂਰ ਮੁਲਾਂਕਣ ਕਰੋ। ਜਿਹੜਾ ਪੰਜਾਬ ਸਾਰੇ ਹਿੰਦੁਸਤਾਨ ਦੀ 135 ਕਰੋੜ ਲੋਕਾਂ ਦੀ ਨੂੰ ਅੰਨ ਦੇ ਰਿਹਾ ਹੈ, ਉਹ ਅੱਜ ਇਸ ਪੋਜੀਸ਼ਨ ਤੇ ਕਿਵੇਂ ਪਹੁੰਚ ਗਿਆ? ਆ ਬਾਦਲਾਂ ਰਾਹੀਂ ਸਾਡੀ ਜਿਹੜੀ ਹੈ ਬਹੁਤ ਸਾਡਾ ਨੁਕਸਾਨ ਕੀਤਾ ਹੈ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ। ਇਹ ਸਾਰਾ ਸਾਡਾ ਅੱਜ ਇੰਨਾ ਨੁਕਸਾਨ ਕਰ ਚੁੱਕੇ ਨੇ ਜਿਹਦੀ ਪੂਰਤੀ ਹੋਣੀ ਮੈਨੂੰ ਲੱਗਦਾ ਸਦੀਆਂ ਲੱਗ ਜਾਣ। ਕਿਤੇ ਨਾ ਕਿਤੇ ਬਾਦਲ ਨੂੰ ਵੋਟਾਂ ਵੀ ਤਾਂ ਅਸੀਂ ਪਾਉਂਦੇ ਹਾਂ, ਕਿਉਂਕਿ 10 ਸਾਲ ਬਾਦਲ ਵੀ ਰਾਜ ਕਰਕੇ ਗਿਆ, ਉਹਨਾਂ ਨੂੰ ਵੋਟਾਂ ਵੀ ਤਾਂ ਅਸੀਂ ਲੋਕਾਂ ਨਹੀਂ ਪਾਉਂਦੇ ਹਾਂ। ਕੋਈ ਬਾਹਰੋਂ ਆ ਕੇ ਤਾਂ ਵੋਟ ਪਾਉਂਦਾ ਨਹੀਂ, ਉਹਨਾਂ ਨੂੰ ਵੋਟਾਂ ਵੀ ਅਸੀਂ ਪਾਉਂਦੇ ਕਿ ਕੀ ਅਸੀਂ ਇੰਨੇ ਹੀ ਮੂਰਖ ਹੋ ਗਏ ਹਾਂ ਕਿ ਅਸੀਂ ਇਹਨੂੰ ਪਛਾਣ ਨਹੀਂ ਸਕੇ? 10 ਸਾਲ ਰਾਜ ਕਰ ਗਏ ਨੇ ਬਾਦਲ ਹੋਣੀ। ਉਹਦੇ ਵਿੱਚ ਇੱਕ ਨਾ ਬਹੁਤ ਟੈਕਨੀਕਲ ਗੱਲ ਇਹ ਹੈ, ਮਨੁੱਖ ਦੀ ਪ੍ਰਵਿਰਤੀ ਹੈ ਵੀ ਜੋ ਉਹ ਦੇਖਦਾ, ਜੋ ਉਹ ਸੁਣਦਾ, ਜਿੱਥੇ ਉਹ ਜਾਂਦਾ ਪੈਰਾਂ ਨਾਲ ਹੱਥਾਂ ਨਾਲ ਕੀ ਕਰਦਾ, ਉਹਦੇ ਜਿਹੜੇ ਪੰਜੇ ਗਿਆਨ ਇੰਦਰੇ ਨੇ ਉਹ ਕੀ ਦੇਖਦਾ, ਕੀ ਸੁਣਦਾ, ਕੀ ਉਹਦੇ ਸਾਰੇ ਮਾਹੌਲ ਦਾ ਅਸਰ ਹੁੰਦਾ। ਸੋ ਉਹਨੂੰ ਤੁਸੀਂ ਵੱਖਰਾ ਨਹੀਂ ਕਰ ਸਕਦੇ। ਕਿਉਂਕਿ ਜੇ ਹੁਣ ਇੱਥੇ ਇੱਕ TV ਲੱਗਿਆ ਹੈ, ਉਹ ਕੰਗਣਾ ਰਣੌਤ ਨੂੰ ਦਿਖਾਈ ਜਾਂਦਾ ਸਾਰਾ ਦਿਨ, ਆਰਥਿਕ ਮੁੱਦਿਆਂ ਨੂੰ ਤਾਂ ਉਭਾਰਿਆ ਹੀ ਨਹੀਂ ਜਾਂਦਾ। ਹੁਣ ਤੁਸੀਂ ਕਿੰਨਾ ਕੁ ਦੇਖੋਗੇ ਵੀ ਇਹ ਜਿਹੜਾ ਸਾਨੂੰ ਜਿਹਨਾਂ ਚੀਜ਼ਾਂ 'ਚ ਪਾਇਆ ਗਿਆ, ਜੋ ਵੀ ਇਹਨਾਂ ਨੇ ਕੰਮ ਕਰਨਾ, ਧਰਮ ਦਾ ਉਜਾੜਾ ਕੀਤਾ, ਲੋਕਾਂ ਨੂੰ ਉੱਥੇ ਵੰਡਿਆ। ਅਸੀਂ ਇਹ ਨਹੀਂ ਕਹਿ ਸਕਦੇ ਜਿਹੜਾ ਬੱਚਾ ਖੜਾ ਹੈ ਇਹਨੂੰ ਤਾਂ ਉਹੀ ਚੀਜ਼ ਵੱਲ ਜਾਏਗਾ ਨਾ ਜੋ ਜਿੱਥੇ ਕਲਾਈਮੇਟ ਹੋਏਗਾ। ਅਤੇ ਦੂਜੀ ਗੱਲ ਮੈਂ ਜਿਹੜੀ ਕਹਿਣਾ ਚਾਹੁੰਦਾ ਹੈ, ਸਾਨੂੰ ਕਦੇ ਵੀ ਕਿਸੇ ਪੋਲੀਟੀਕਲ ਬੰਦੇ 'ਤੇ ਅਤਵਾਰ ਨਹੀਂ ਕਰਨਾ ਚਾਹੀਦਾ, ਨੰਬਰ 1। ਨੰਬਰ 2, ਸਾਨੂੰ ਕਦੇ ਵੀ ਆਪਣੀ ਸੋਚ ਹੈ ਜਿਹੜੀ ਉਹਨੂੰ ਇੰਨਾ ਪਰਪੱਕ ਕਰਨਾ ਚਾਹੀਦਾ। ਇੱਕ ਜਿਹੜੇ ਅਖੌਤੀ ਧਰਮੀ ਲੋਕ ਨੇ ਜਾਂ ਡੇਰਾਵਾਦੀ ਨੇ,
ਉਹਨਾਂ ਤੋਂ ਦੂਰ ਰਹਿਣਾ ਪਊਗਾ। ਇਹ ਦੋ ਗੱਲਾਂ ਬਹੁਤ ਵੱਡਾ ਰਾਮਬਾਣ ਨੇ, ਕਿਉਂਕਿ ਸਿਆਸੀ ਬੰਦਿਆਂ ਦਾ ਇਹਨਾਂ ਦਾ ਕੋਈ ਇਤਬਾਰ ਨਹੀਂ ਹੈਗਾ। ਹੁਣ ਗੱਲ ਚੱਲ ਰਹੀ ਸੀ ਜਿੱਥੇ ਵੀ ਇਹ, ਹੁਣ ਦੇਖੋ ਉਹ ਬੀਬੀ ਕਹਿੰਦੀ ਹੈ ਮੈਂ ਰਿਜ਼ਾਈਨ ਦੇਤਾ ਜੀ, ਉਹਨੂੰ ਐਮਪੀ ਕਿਹਨੇ ਬਣਾਇਆ ਜੀ? ਆਪਾਂ ਹੀ ਬਣਾਇਆ। ਉਹ ਸਾਡੇ ਤੋਂ ਆਸਾਨ ਕਰਕੇ ਆਈ ਹੈ ਇੱਥੋਂ। ਉਹਦਾ ਹੁਣ ਤੱਕ ਵੀ ਪ੍ਰਚਾਰ ਕਰ ਰਹੇ ਨੇ। ਉਹਦਾ ਸਹੁਰਾ ਜਿਹਨੂੰ ਬਾਦਲ ਸਾਹਿਬ, ਬਾਦਲ, ਮੈਂ ਉਹਨੂੰ ਪ੍ਰਕਾਸ਼ ਬਾਦਲ ਹੀ ਕਹੂੰਗਾ, ਸਿੰਘ ਤਾਂ ਉਹ ਹੈ ਹੀ ਨਹੀਂਗਾ। ਔਰ ਸਾਰੀ ਦੁਨੀਆ ਦਾ ਜਿੰਨਾ ਮੈਂ ਕਹਿੰਦਾ ਸਾਰੀ ਦੁਨੀਆ ਦੇ ਤੁਸੀਂ ਇਕੱਠੇ ਕਰ ਲਓ ਗੰਦੇ ਆਦਮੀ, ਮੀਸਣਾ, ਕਮੀਨਾ, ਮੈਂ ਤੈਨੂੰ ਕਹਿ ਰਿਹਾ, ਮੇਰੇ ਤੇ ਕਰੇ ਜਿਹੜਾ ਇਹ ਮਤਲਬ ਮਾਨਣੀ ਦਾ ਦਾਵਾ ਕਰੇ। ਇਸ ਬੰਦੇ ਨੇ ਸਾਨੂੰ ਇੱਥੇ ਇਹੋ ਜਿਹੇ ਕੂਏ ਸੁੱਟ ਦਿੱਤਾ ਜਿੱਥੋਂ ਬਾਹਰ ਨਿਕਲਣਾ ਬਹੁਤ ਔਖਾ ਹੈ। ਉਹਨਾਂ ਨੇ ਤਾਂ ਕੂਏ 'ਚ ਸਿੱਟਿਆ, ਪਰ ਜਿਹੜੇ ਹੁਣ ਕੈਪਟਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਸਾਡੇ ਕਿਸਾਨਾਂ ਦੀ ਕਿੰਨੀ ਕੁ ਮਦਦ ਕਰ ਰਹੇ ਨੇ, ਕਿੰਨਾ ਕੁ ਸਾਡੇ ਨਾਲ ਹੱਕ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਨੇ? ਕਿਉਂਕਿ ਕੋਈ ਮੰਤਰੀ ਤੁਹਾਡੇ ਨਾਲ ਮੇਰੇ ਖਿਆਲ ਨਹੀਂ ਖੜਿਆ ਆ ਕੇ, ਕਿ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਇਹ ਕੈਪੀਟਲਿਜ਼ਮ ਹੈ, ਸਰਮਾਏਦਾਰ ਹੈ, ਪੂੰਜੀਪਤੀ ਹੈ, ਇਹਦੇ ਵਿੱਚ ਇਹਨਾਂ ਲੋਕਾਂ ਤੋਂ ਸਾਨੂੰ ਬਿਲਕੁਲ ਆਸ ਨਹੀਂ ਕਰਨੀ ਚਾਹੀਦੀ। ਇਹ ਸਨ ਵੇਰਕਾ ਦੇ ਸਾਬਕਾ ਜੀਐਮ ਸਾਹਿਬ ਜਾਤੀਵਾਲ ਸਾਹਿਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਾਤੀਵਾਲ ਸਾਹਿਬ। ਸਾਡੇ ਨਾਲ ਕਿਸਾਨ ਆਗੂ ਹੋਰ ਵੀ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਮਾਰੂ ਕਾਨੂੰਨ ਨੇ ਸਾਡੇ ਲਈ, ਸਾਡੇ ਕਿਸਾਨਾਂ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਜੀ? ਜਸਵਿੰਦਰ ਸਿੰਘ ਲੌਂਗੋਵਾਲ। ਇਹਨੇ ਕਿਸਾਨ ਆਗੂ, ਜਿਵੇਂ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹਨਾਂ ਦਾ ਪ੍ਰਤੀਨਿਧ ਮੰਡਲ ਰਾਸ਼ਟਰਪਤੀ ਨੂੰ ਵੀ ਮਿਲਣ ਗਿਆ ਕਿ ਸਾਈਨ ਨਾ ਕੀਤੇ ਜਾਣ, ਅਤੇ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਕਿਸਾਨਾਂ ਦੇ ਵਿੱਚ ਸੰਸ਼ੇ ਨੇ ਮੈਂ ਉਹ ਸਰਕਾਰ ਨੇ ਦੂਰ ਨਹੀਂ ਕੀਤੇ ਤਾਂ ਮੈਂ ਅਸਤੀਫਾ ਦਿੱਤਾ ਹੈ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਕੀ ਸੰਸ਼ੇ ਨੇ, ਜਾਂ ਇਹ ਕਾਨੂੰਨ ਸੱਚੀ ਹੀ ਕਾਲਾ ਕਾਨੂੰਨ ਹੈ, ਜਾਂ ਸੱਚੀ ਇਹ ਲੋਕਾਂ ਦੇ ਲਈ ਕਾਨੂੰਨ ਕਿਸਾਨਾਂ ਦੇ ਲਈ ਮਾਰੂ ਕਾਨੂੰਨ ਹੈ? ਇਹ ਅਸਲ ਵਿੱਚ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਵੀ ਜੇ ਸਾਨੂੰ ਕੋਈ ਸ਼ੰਕਤਾ ਵਾਲੀ ਗੱਲ ਹੋਵੇ ਨਾ, ਇਹ ਸ਼ੰਕਤਾ ਵਾਲੀ ਗੱਲ ਨਹੀਂ ਹੈ, ਕਿਉਂਕਿ ਕਰੋਨਾ ਮਹਾਮਾਰੀ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਆਰਡੀਨੈਂਸ ਲਿਆਉਣੇ ਪਹਿਲੀ ਗੱਲ 'ਚ ਆਪਣੇ ਆਪ 'ਚ ਇਹ ਸਵਾਲ ਹੈ ਕਿ ਲਿਆਂਦੀ ਤਾਂ ਨੇ ਇਹ ਲੋਕਾਂ ਦੇ ਵਿਰੋਧੀ ਆਰਡੀਨੈਂਸ ਨੇ। ਦੂਜੇ ਨੰਬਰ ਤੇ ਜਿਹੜੀ ਸ਼ੰਕਤਾ ਵਾਲੀ ਗੱਲ ਹੈ ਉਹ ਇਹ ਹੈ ਵੀ ਆਪਾਂ ਨਾ ਜੇ ਮੰਨ ਲਈਏ ਵੀ ਜੇ ਲੋਕਾਂ ਦੇ ਕਿਸਾਨਾਂ ਦੇ ਪੱਖੀ ਆਰਡੀਨੈਂਸ ਹੁੰਦੇ ਤਾਂ ਭਾਰਤ ਦੇ ਵਿੱਚ ਇੱਕ ਕਿਸਾਨਾਂ ਦੀ ਜਥੇਬੰਦੀ ਤਾਂ ਉਹਨਾਂ ਦੇ ਪੱਖ 'ਚ ਹੋ ਜਾਂਦੀ। ਇੱਕ ਵੀ ਕਿਸਾਨ ਜਥੇਬੰਦੀ ਉਹਨਾਂ ਆਰਡੀਨੈਂਸਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਭਾਰਤ ਦੇ ਵਿੱਚ। ਇਹਦਾ ਮਤਲਬ ਜੇ ਕਿਸਾਨਾਂ ਦੇ ਪੱਖ ਦੀ ਗੱਲ ਹੁੰਦੀ ਤਾਂ ਕਿਸਾਨਾਂ ਨੂੰ ਜੀ ਕਰਦਾ ਸੀ। 8 ਦਿਨ ਹੋ ਗਏ ਇਸ ਮੋਰਚੇ ਨੂੰ, ਅੱਜ ਪਟਿਆਲਾ ਦੇ ਵਿੱਚ ਚੱਲਦੇ ਨੂੰ, ਉਧਰ ਬਾਦਲ ਪਿੰਡ ਦੇ ਵਿੱਚ ਚੱਲਦੇ ਨੂੰ। ਸਾਰੇ ਮੁੰਡੇ ਪੜ੍ਹੇ ਲਿਖੇ ਆ, ਸਾਰੀ ਗੱਲ ਦੀ ਜਾਣਕਾਰੀ ਹੈ। ਇਹ ਤਾਂ ਸਿਰਫ ਡਰਾਮੇਬਾਜ਼ੀ ਹੈ ਕੇਂਦਰ ਸਰਕਾਰ ਦੀ। ਉਹ ਭਲੀ ਭਾਂਤ ਆਪਾਂ ਸਮਝਦੇ ਹਾਂ ਵੀ ਜੋ ਵੀ ਉਹ ਏਜੰਡੇ ਨੂੰ ਲੈ ਕੇ ਆਉਂਦੇ ਨੇ, ਜੋ ਵੀ ਨੀਤੀ ਨੂੰ ਲੈ ਕੇ ਆਉਂਦੇ ਨੇ, ਉਹਨਾਂ ਨੇ ਤਾਂ ਲਸ਼ਕਾ ਕੇ ਪੋਚ ਕੇ ਪੇਸ਼ ਕਰਨੀ ਹੁੰਦੀ ਹੈ। ਉਹ ਆਪਣਾ ਕੰਮ ਕਰ ਰਹੇ ਨੇ, ਕਿਉਂਕਿ ਆਪਾਂ ਨੂੰ ਇਸ ਗੱਲ ਦਾ ਸਾਫ਼ ਪਤਾ ਹੈ ਉਹਨਾਂ ਦੇ ਆਰਡੀਨੈਂਸਾਂ ਨੇ ਲਾਗੂ ਹੋ ਕੇ ਸਾਡੇ ਪੰਜਾਬ ਦਾ ਮੰਡੀ ਬੋਰਡ ਦਾ ਖਰੀਦ ਦਾ ਢਾਂਚਾ ਜਿਹੜਾ ਉਹਨੂੰ ਲੀਰੋ ਲੀਰ ਕਰ ਦੇਣ। ਪਰ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡਾ ਅੰਦੋਲਨ ਹੋਇਆ ਸੀ ਕਿਸਾਨਾਂ ਦਾ, ਤੇ ਅੱਜ ਦੇਖਿਆ ਜਾ ਰਿਹਾ ਕਿ ਉਹ ਜਿਹੜੇ ਕਿਸਾਨ ਅੱਜ ਬਾਹਰ ਨਹੀਂ ਨਿਕਲੇ। ਕੀ ਉਹਨਾਂ ਨੂੰ ਇਹ ਸਮਝ ਨਹੀਂ ਹੈ, ਜਾਂ ਉਹ ਉਹਨਾਂ ਨੂੰ ਚੰਗਾ ਲੱਗਦਾ ਹੈ ਕਾਨੂੰਨ, ਜਾਂ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਪਤਾ ਨਹੀਂ ਹੈ ਕਿ ਇਸ ਕਾਨੂੰਨ ਬਾਰੇ ਵੀ ਇਹ ਚੰਗਾ ਹੈ, ਜਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਇਸ ਚੀਜ਼ ਬਾਰੇ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸਲ ਕਾਰਨ ਇਹ ਹੈ ਜੀ 1991 ਦੇ ਵਿੱਚ ਜਦੋਂ ਤੋਂ ਲੈ ਕੇ ਨਿੱਜੀਕਰਨ ਦੀਆਂ ਨੀਤੀਆਂ, ਨਵੀਆਂ ਆਰਥਿਕ ਨੀਤੀਆਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਨੀਤੀਆਂ ਆਈਆਂ ਨੇ, ਉਦੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਦੇਸ਼ ਦੀਆਂ ਸਟੇਟਾਂ ਨੂੰ ਭੋਰ ਕੇ ਇਹਨਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਉਹ ਨੀਤੀਆਂ ਲਾਗੂ ਕਰਤੀਆਂ। ਇੱਥੇ ਹੁਣ ਇਸ ਟਾਈਮ ਜੇ ਸਰਕਾਰੀ ਖਰੀਦ ਦੀ ਆਪਾਂ ਗੱਲ ਕਰੀਏ, ਇਹ ਪੰਜਾਬ ਤੇ ਹਰਿਆਣਾ, ਕੁਝ ਏਰੀਆ ਯੂਪੀ ਦਾ ਜਿੱਥੇ ਸਰਕਾਰੀ ਖਰੀਦ ਚੱਲਦੀ ਹੈ। ਬਾਕੀ ਸਟੇਟਾਂ ਦੇ ਵਿੱਚ ਤਾਂ ਪਹਿਲਾਂ ਹੀ ਕਿਸਾਨ ਲੁੱਟੇ ਜਾ ਰਹੇ ਨੇ। 2006 ਦੇ ਵਿੱਚ ਬਿਹਾਰ 'ਚ ਖਰੀਦ ਤੋੜਤੀ ਇਹਨਾਂ ਨੇ, ਉੱਥੋਂ ਦਾ ਕਿਸਾਨ ਲੁੱਟਿਆ ਜਾ ਰਿਹਾ। ਜਿੱਥੇ ਪਹਿਲਾਂ ਤੋਂ ਖਰੀਦ ਟੁੱਟ ਗਈ ਉੱਥੇ ਦੇ ਲੋਕ ਅੰਦੋਲਨਾਂ ਲਈ ਆਉਣਗੇ, ਕਿਉਂਕਿ ਉਹਨਾਂ ਦੀਆਂ ਫਸਲਾਂ ਵੀ ਲੁੱਟੀਆਂ ਜਾਂਦੀਆਂ ਨੇ। ਪਰ ਹਾਲੇ ਉਹਨਾਂ ਦੀ ਜਿਹੜੀ ਝਾਕ ਹੈ ਪੰਜਾਬ ਵਾਲੇ ਅੰਦੋਲਨ ਤੇ, ਹਰਿਆਣੇ ਵਾਲੇ ਅੰਦੋਲਨ ਤੇ, ਯੂਪੀ ਵਾਲੇ ਅੰਦੋਲਨ ਦੇ ਉੱਤੇ ਲੱਗੀ ਹੋਈ ਹੈ, ਕਿਉਂਕਿ ਪਹਿਲਾਂ ਵੀ ਅੰਦੋਲਨ ਹੋਏ ਨੇ। ਉਹ ਅੰਦੋਲਨਾਂ ਦੇ ਮੁਤਾਬਕ ਜਦੋਂ ਇਹ ਲਹਿਰ ਲੋਕ ਲਹਿਰ ਬਣੂਗੀ ਤਾਂ ਸਮੁੱਚੀ ਕਿਸਾਨੀ ਨੂੰ ਬਚਾਉਣ ਦੀ ਜਿਹੜੀ ਗੱਲ ਹੈ ਉਹ ਪੂਰੇ ਭਾਰਤ 'ਚ ਚੱਲੂਗੀ। ਪਰ ਕਿਤੇ ਨਾ ਕਿਤੇ ਲੱਗਦਾ ਹੈ ਵੀ ਜਿਹੜੇ ਅੰਦੋਲਨ ਖੜੇ ਹੁੰਦੇ ਨੇ, ਕੋਈ ਵੀ ਪ੍ਰੋਟੈਸਟ ਖੜਾ ਹੁੰਦਾ ਹੈ, ਤੇ ਕੁਝ ਸਮੇਂ ਬਾਅਦ ਸਰਕਾਰਾਂ ਨੂੰ ਵੀ ਇਹ ਪਤਾ ਹੈ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਕੁਝ ਸਮੇਂ ਦੇ ਬਾਅਦ ਆਪਣੇ ਆਪ ਹੀ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਣਗੇ, ਜਾਂ ਕੋਈ ਸਰਕਾਰ ਵੱਲੋਂ ਕੋਈ ਹੋਰ ਏਜੰਡਾ ਖੜਾ ਕਰ ਦਿੱਤਾ ਜਾਊਗਾ ਜਿਸ ਦੇ ਵਿੱਚ ਰੁੱਝ ਕੇ ਲੋਕ ਇਸ ਅੰਦੋਲਨ ਨੂੰ ਭੁੱਲ ਜਾਣਗੇ। ਔਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਇਹ ਅੰਦੋਲਨ ਜਿਹੜਾ ਤੁਸੀਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੈ, ਇਹਦੀ ਮਿਆਦ ਕਿੰਨੀ ਕੁ ਹੈ ਵੀ ਇਹ ਕਦ ਤੱਕ ਖਤਮ ਹੋ ਜਾਣਾ ਹੈ? ਤੇ ਸਰਕਾਰਾਂ ਚੁੱਪ ਕਰਕੇ ਉਹਨਾਂ ਨੂੰ ਪਤਾ ਵੀ ਕਾਨੂੰਨ ਤਾਂ ਬਣ ਗਿਆ, ਹੁਣ ਉਸ ਤੋਂ ਬਾਅਦ ਕਿਸਾਨ ਕੁਝ ਨਹੀਂ ਕਰ ਪਾਉਂਦੇ, ਤੇ ਤੁਸੀਂ ਇਹ ਅੰਦੋਲਨ ਤੁਹਾਡਾ ਕਦੋਂ ਤੱਕ ਚੱਲੂਗਾ? ਜਿੱਥੋਂ ਤੱਕ ਅੰਦੋਲਨ ਖਤਮ ਹੋਣ ਵਾਲੀ ਗੱਲ ਹੈ ਤੇ ਕਦੋਂ ਤੱਕ ਚੱਲੂਗਾ,
ਅਸੀਂ ਪੰਜਾਬ ਦੀ ਉਹ ਜਥੇਬੰਦੀ ਵਿੱਚ ਕੰਮ ਕਰਦੇ ਹਾਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਸਭ ਤੋਂ ਜੇ ਵੱਡੀ ਉਦਾਹਰਨ ਨੂੰ ਆਪਾਂ ਦੇਖਣਾ ਹੋਵੇ, ਕਿਰਨਜੀਤ ਕੌਰ ਕਾਂਡ ਦੇ ਵਿੱਚ ਸੁਪਰੀਮ ਕੋਰਟ ਦੇ ਸਜ਼ਾ ਦਿੱਤੇ ਹੋਏ ਫੈਸਲੇ ਨੂੰ, ਜਿਹਦੇ ਵਿੱਚ ਮਨਜੀਤ ਧਲੇਰ ਨੂੰ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਬਰਕਰਾਰ ਰੱਖਤੀ ਸੀ, ਉਸ ਆਗੂ ਨੂੰ ਬਾਹਰ ਕਢਾਉਣ ਲਈ ਬਰਨਾਲੇ ਦੀ ਜੇਲ੍ਹ ਦੇ ਮੂਹਰੇ ਮਹੀਨਿਆਂਵਧੀ ਮੋਰਚੇ ਜੇ ਲਾਏ ਜਾ ਸਕਦੇ ਹੈ। ਉਹ ਇੱਕ ਕਿਸਾਨ ਆਗੂ ਦਾ ਮਸਲਾ ਸੀ, ਇੱਕ ਲੋਕ ਆਗੂ ਦਾ ਮਸਲਾ ਸੀ। ਇਹ ਮਸਲਾ ਪੂਰੇ ਭਾਰਤ ਦਾ ਤੇ ਪੂਰੇ ਪੰਜਾਬੀਆਂ ਦਾ ਮਸਲਾ ਹੈ। ਇਹ ਗੱਲ ਉਹਨਾਂ ਨੂੰ ਪੱਲੇ ਪੈ ਚੁੱਕੀ ਹੈ ਵੀ ਸਾਨੂੰ ਇਹ ਜਿਹੜੀ ਰੋਟੀ ਹੈ ਇਹ ਵੀ ਨਹੀਂ ਨਸੀਬ ਹੋਣੀ। ਕਾਰਪੋਰੇਟ ਘਰਾਣਿਆਂ ਕੋਲੇ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ। ਦੁਕਾਨਦਾਰਾਂ ਨੂੰ ਇਹ ਪਤਾ ਲੱਗ ਗਿਆ ਵੀ ਜੇ ਕਿਸਾਨ ਕੋਲੇ ਪੈਸੇ ਨਾ ਹੋਏ ਤਾਂ ਬਾਜ਼ਾਰ 'ਚ ਕਿਹਨੇ ਆਉਣਾ। ਜਦੋਂ ਐਡੀ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਜਾਗਰਤੀ ਫੈਲ ਰਹੀ ਹੋਵੇ ਤਾਂ ਅਸੀਂ ਵਿਸ਼ਵਾਸ ਨਾਲ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਇਹ ਅੰਦੋਲਨ ਉਨਾ ਚਿਰ ਚੱਲੂਗਾ ਜਿੰਨਾ ਚਿਰ ਮੋਦੀ ਸਰਕਾਰ ਇਹ ਆਪਣੇ ਫੈਸਲੇ ਵਾਪਸ ਨਹੀਂ ਲੈਂਦੀ। ਜਿਵੇਂ ਹੁਣ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ, ਪੰਜਾਬ ਦੇ ਵਿੱਚ ਪਟਿਆਲੇ ਵਿੱਚ ਪ੍ਰੋਟੈਸਟ ਕਰ ਰਹੇ ਹੋ, ਤੇ ਸਰਕਾਰਾਂ ਤਾਂ ਕੋਈ ਚੰਡੀਗੜ੍ਹ ਬੈਠੀ ਹੈ ਸਰਕਾਰ, ਕੋਈ ਦਿੱਲੀ ਸਰਕਾਰ ਬੈਠੀ ਹੈ, ਤੇ ਉਹਨਾਂ ਦੇ ਉੱਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਨਾ ਉਹਨਾਂ ਨੂੰ ਇਸ ਚੀਜ਼ ਦਾ ਘਾਟਾ ਤਾਂ ਕਿਸਾਨ ਨੂੰ ਹੈ ਜਿਨ੍ਹਾਂ ਦੀ ਫਸਲ ਰੁਲ ਰਹੀ ਹੈ, ਪਿੱਛੇ ਬੱਚੇ ਰੁਲ ਰਹੇ ਨੇ, ਉਹ ਆਪਣਾ ਕੰਮਕਾਰ ਛੱਡ ਕੇ ਇੱਥੇ ਧਰਨੇ ਤੇ ਬੈਠੇ ਨੇ, ਆ ਕੇ ਆਪਣਾ ਕੰਮਕਾਰ ਛੱਡ ਕੇ ਇੱਥੇ ਇਕੱਠੇ ਹੋਏ ਨੇ। ਤੇ ਇਹਨਾਂ ਦਾ ਅਸਰ ਸਰਕਾਰ ਦੇ ਉੱਪਰ ਤੁਸੀਂ ਕਿਵੇਂ ਪ੍ਰਭਾਵ ਪਾਓਗੇ? ਕੀ ਇੱਦਾਂ ਦਾ ਕੰਮ ਕਰੋਗੇ ਜਿਹੜਾ ਸਰਕਾਰ ਥੋੜ੍ਹੀ ਹਿੱਲ ਜਾਵੇ, ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੁਝ ਕਿਸਾਨ ਵੀ ਕਰ ਸਕਦੇ ਨੇ? ਪਹਿਲੀ ਗੱਲ ਤਾਂ ਇਹ ਹੈ, ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਸਰਕਾਰਾਂ ਨੂੰ ਬਣਾਉਂਦੇ ਨੇ ਲੋਕ ਪਿੰਡਾਂ ਦੇ। ਅਸੀਂ 5 ਦਿਨ ਪਿੰਡਾਂ 'ਚ ਮੋਰਚੇ ਲਾ ਕੇ ਸਰਕਾਰ ਦੀਆਂ ਜੜ੍ਹਾਂ ਨੂੰ ਹੱਥ ਪਾਈ ਹੈ, ਉੱਥੇ ਜੜ੍ਹਾਂ ਉਹਨਾਂ ਦੀਆਂ ਪਿੰਡਾਂ 'ਚ ਨੇ। ਦੂਜੀ ਗੱਲ ਇਹ ਹੈ, ਸਰਕਾਰ ਨੂੰ ਝਟਕਾ ਦੇਣ ਵਾਸਤੇ, ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਵਾਸਤੇ, ਜ਼ਾਬਤੇ ਵਾਲੀ ਫੋਰਸ ਬਣਾਉਣ ਵਾਸਤੇ ਆਹ 8 ਦਿਨ ਦੇ ਮੋਰਚੇ ਇਸੇ ਕਰਕੇ ਲਾਏ ਸੀ ਬਾਦਲ ਤੇ ਪਟਿਆਲੇ ਦੇ ਪੁੱਡਾ ਗਰਾਊਂਡ ਦੇ ਵਿੱਚ, ਕਿ ਲੋਕ ਮਾਨਸਿਕ ਤੌਰ ਤੇ ਤਿਆਰ ਹੋਣ, ਮਜ਼ਬੂਤ ਹੋਣ। ਜਦੋਂ ਫਿਰ ਲੋਕ ਮਜ਼ਬੂਤ ਹੋ ਜਾਂਦੇ ਨੇ, ਦਿੱਲੀ ਤਾਂ ਉਹ ਥਾਂ ਹੀ ਬਣ ਜਾਂਦੀ ਹੈ ਜਿੱਥੇ ਲੋਕ ਜੱਚ ਜਾਣ। ਸਾਨੂੰ ਇਸ ਗੱਲ ਦਾ ਪਤਾ ਹੈ, ਜਦੋਂ ਇੱਕ ਵਾਰੀ 2004 ਦੇ ਵਿੱਚ ਪੰਜਾਬ ਦੇ ਝੋਨੇ ਨੂੰ ਇਹਨਾਂ ਨੇ ਡਿਸਕਲਰ ਕਿਹਾ ਸੀ, ਕਾਲਾ ਕਿਹਾ ਸੀ, 72 ਘੰਟੇ ਰੇਲਾਂ ਜਾਮ ਕਰਕੇ ਉਦੋਂ ਵੀ ਪੰਜਾਬ ਦੇ ਵਿੱਚ ਇਹਨਾਂ ਦੇ ਮੰਤਰੀਆਂ ਨੂੰ ਆ ਕੇ ਪੰਜਾਬ ਦਾ ਝੋਨਾ ਖਰੀਦਣਾ ਪਿਆ ਸੀ। ਹੁਣ ਅਸੀਂ ਐਲਾਨ ਕੀਤਾ ਹੈ 24 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਐਲਾਨ ਕੀਤਾ ਹੋਇਆ ਹੈ, ਇਹ ਦੋਨੇ ਜਥੇਬੰਦੀਆਂ ਪੰਜਾਬ ਦੀਆਂ ਸਾਰੀਆਂ ਰੇਲਾਂ ਦੀਆਂ ਲਾਈਨਾਂ ਤੇ ਜਾਣਗੀਆਂ। ਮੁਕੰਮਲ ਤੌਰ ਤੇ ਰੇਲਾਂ ਨੇ ਜਿਹੜੀਆਂ ਪੰਜਾਬ ਦੀਆਂ 24 ਤਰੀਕ ਨੂੰ ਬੰਦ ਹੋਣਗੀਆਂ। ਇਹ 26 ਤੱਕ ਰੇਲਾਂ ਬੰਦ ਰਹਿਣਗੀਆਂ। 25 ਤਰੀਕ ਨੂੰ ਨਾਲ ਦੀ ਨਾਲ ਹੀ ਸਾਰਾ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਕਿਉਂਕਿ ਜਿਹੜੇ ਲੋਕ ਕਹਿ ਦਿੰਦੇ ਹੈ ਵੀ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ, ਉਹ ਠੀਕ ਹੈ ਕਿ ਸਾਡੀ ਸਟੇਜ ਨਹੀਂ ਸਾਂਝੀ ਹੁੰਦੀ, ਪਰ ਅਸੀਂ 31 ਤਰੀਕ ਨੂੰ ਨਾ ਆਪਣਾ 25 ਤਰੀਕ ਨੂੰ ਪੰਜਾਬ ਦੀਆਂ 31 ਜਿਹੜੀਆਂ ਜਥੇਬੰਦੀਆਂ ਨੇ ਉਹ ਪੰਜਾਬ ਬੰਦ ਦੇ ਸੱਦੇ ਦੇ ਉੱਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨਗੀਆਂ। ਸੋ ਇਸ ਗੱਲ ਨਾਲ ਵੀ ਜੇ ਕੇਂਦਰ ਸਰਕਾਰ ਨਹੀਂ ਜਾਗਦੀ, ਅਸੀਂ ਸਮਝਦੇ ਹਾਂ ਜਿਵੇਂ ਸਰੀਰ ਹੈ, ਉਹ ਸਰੀਰ ਦਾ ਅੰਗ ਹੈ ਇੱਕ ਲਾਈਨ ਕੇਂਦਰ ਸਰਕਾਰ ਦੇ ਸਰੀਰ ਦਾ, ਕਿਤੇ ਵੀ ਸੱਟ ਮਾਰੀਏ ਸਰੀਰ ਦੇ ਤਾਂ ਜਾ ਕੇ ਦਿਮਾਗ 'ਚ ਪਤਾ ਲੱਗਦਾ ਹੈ। ਉਸੇ ਤਰ੍ਹਾਂ ਅਸੀਂ ਸੱਟ ਕੇਂਦਰ ਸਰਕਾਰ ਦੇ ਗਿੱਟੇ ਤੇ ਮਾਰ ਕੇ ਜਗਾਵਾਂਗੇ ਤੇ ਇਹ ਜਿਹੜੇ ਆਰਡੀਨੈਂਸ ਨੇ ਉਹਨਾਂ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇ। ਇੱਕ ਐਕਟਰੈਸ ਹੈ ਕੰਗਨਾ ਰਣੌਤ, ਉਹਨੇ ਕਿਹਾ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ, ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਜਿਹੜਾ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਅੱਤਵਾਦੀ ਦਾ ਕਹਿ ਦਿੱਤਾ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ, ਜੇ ਕੋਈ ਘਰੇ ਆਪਦੇ ਬੈਠਾ ਹੈ ਉਹਨੂੰ ਕੋਈ ਕੁਝ ਨਹੀਂ ਕਹਿੰਦਾ ਭਰਾਵੋ। ਜੇ ਕੋਈ ਸਰਕਾਰ ਦੇ ਖਿਲਾਫ ਪੱਤਰਕਾਰ ਬੋਲਦਾ ਹੈ, ਉਹਨਾਂ ਦੇ ਕਤਲ ਕੀਤੇ ਜਾਂਦੇ ਨੇ, ਗੌਰੀ ਲਕੇਸ਼ ਵਰਗੀਆਂ ਮੈਡਮਾਂ ਦੇ। ਐਸੇ ਤਰ੍ਹਾਂ ਜੇ ਕੋਈ ਕਿਸੇ ਕਾਲਜ ਦਾ ਪ੍ਰਿੰਸੀਪਲ, ਕੋਈ ਪ੍ਰੋਫੈਸਰ ਬੋਲਦਾ ਹੈ, ਉਹਨਾਂ ਨੂੰ ਦੇਸ਼ ਧਰੋਹੀ ਕਿਹਾ ਜਾਂਦਾ ਹੈ। ਇਹ ਤਾਂ ਜੋ ਸੱਚ ਲਿਖਣ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਇਹ ਆਪਦੀ ਨਿਗਾਹ 'ਚ ਅੱਤਵਾਦੀ ਤੇ ਨਕਸਲੀ ਕਹਿੰਦੇ ਨੇ, ਕਿਸੇ ਨੂੰ ਅਰਬਨ ਨਕਸਲੀ ਕਹਿੰਦੇ ਨੇ। ਇਹ ਜੇ ਸ਼ਹੀਨ ਬਾਗ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਲੋਕ ਬੋਲੇ ਤਾਂ ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਨਾਵਾਂ ਨਾਲ ਪਹਿਚਾਣਿਆ। ਜਦੋਂ ਇਸੇ ਤਰ੍ਹਾਂ ਸਾਡੇ ਘੋਲਾਂ ਨੂੰ, ਜੇ ਸਾਡੇ ਘੋਲ ਚੱਲਦੇ ਆ, ਸਾਡੇ ਘੋਲ ਲੜਨ ਵਾਲੇ ਲੋਕਾਂ ਨੂੰ ਤਾਂ ਕਹਿਣਾ ਹੀ ਸੌਖਾ, ਇਹਨੂੰ ਕਹੀ ਜਾਣ, ਇਸ ਗੱਲ ਦਾ ਕੋਈ ਫਿਕਰ ਨਹੀਂ, ਕਿਉਂਕਿ ਇਹਨਾਂ ਕੋਲੇ ਇੱਕ ਪੱਤਾ ਸੀ ਵੀ ਜੇ ਲੋਕਾਂ ਦੇ ਹੱਕ ਖੋਣੇ ਨੇ, ਲੋਕਾਂ ਦੇ
ਹੱਕ ਖੋਣ ਵਾਸਤੇ ਲੋਕ ਅੰਦੋਲਨ ਕਰਨਗੇ, ਉਹਨਾਂ ਦੇ ਅੰਦੋਲਨਾਂ ਦਾ ਇਕੱਠ ਘਟਾਉਣ ਵਾਸਤੇ ਪੱਤਾ ਖੇਡਦੇ ਨੇ। ਕਦੇ ਨਕਸਲੀ ਕਹਿੰਦੇ ਨੇ, ਕਦੇ ਅੱਤਵਾਦੀ ਕਹਿੰਦੇ ਨੇ। ਪੰਜਾਬ ਦੇ ਲੋਕ ਇਹ ਜਾਣਦੇ ਆ, ਨਾ ਸਾਨੂੰ ਇਹਨਾਂ ਗੱਲਾਂ ਦੀ ਪਰਵਾਹ ਹੈ, ਕਿਉਂਕਿ ਜਦੋਂ ਸਾਡੀਆਂ ਜ਼ਮੀਨਾਂ ਹੀ ਬਾਗੀਆਂ ਫਿਰ ਭੁੱਖ ਨਾਲ ਮਰਾਂਗੇ। ਜੇ ਅਸੀਂ ਆਪਦੇ ਹੱਕ ਬਚਾ ਲਾਂਗੇ, ਜ਼ਮੀਨਾਂ ਬਚਾ ਲਾਂਗੇ, ਤਾਂ ਭਰਾਵੋ ਸਾਨੂੰ ਜੋ ਮਰਜ਼ੀ ਕਹਿਣ, ਸਾਨੂੰ ਇਸ ਗੱਲ ਦੀ ਪਰਵਾਹ ਨਹੀਂ। ਅਸੀਂ ਸਰਕਾਰ ਨਾਲ ਲੜਾਈ ਹੈ ਜਿਹੜੀ ਉਹ ਲੜਦੇ ਪਿੱਛੇ ਨਹੀਂ ਹਟਾਂਗੇ। ਮੇਰਾ ਲਾਸਟ ਸਵਾਲ ਇਹ ਹੈ ਕਿ 25 ਤਰੀਕ ਬੰਦ ਤੋਂ ਬਾਅਦ ਵੀ ਜੇਕਰ ਸਰਕਾਰਾਂ ਨਹੀਂ ਚੁੱਕਦੀਆਂ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਜੇ 25 ਦੇ ਬੰਦ ਤੋਂ ਬਾਅਦ 26 ਤਰੀਕ ਤੱਕ ਤਾਂ ਰੇਲਾਂ ਅਸੀਂ ਜਾਮ ਕਰਾਂਗੇ, ਤੇ ਜੇ ਸਰਕਾਰਾਂ ਨਹੀਂ ਅੱਗੇ ਝੁਕਣਗੀਆਂ ਤਾਂ ਉੱਥੇ ਅਸੀਂ ਹਾਲਾਤਾਂ ਨੂੰ ਦੇਖ ਕੇ ਦੁਬਾਰਾ ਮੀਟਿੰਗ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਵਧਾਇਆ ਵੀ ਤਾਂ ਜਾ ਸਕਦਾ। ਅਸੀਂ ਸਮਰਥ ਹਾਂ, ਪੰਜਾਬ ਦੀਆਂ ਰੇਲਾਂ ਅਸੀਂ ਮਹੀਨਿਆਂ ਬੱਧੀ ਬੰਦ ਕਰ ਸਕਦੇ ਹਾਂ। ਜਿਹੜੇ ਵੱਡੀ ਪੱਧਰ ਤੇ ਸਾਨੂੰ ਸਾਡੇ ਪੰਜਾਬ ਦੇ ਕਲਾਕਾਰਾਂ ਦਾ, ਇੱਥੋਂ ਦੀਆਂ ਸੰਸਥਾਵਾਂ ਦਾ, ਸ਼ਹਿਰੀਆਂ ਦਾ, ਪਿੰਡੂਆਂ ਦਾ ਵੱਡੀ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ, ਕਿਉਂਕਿ ਲੋਕ ਤਾਂ ਇਹਨਾਂ ਤੋਂ ਅੱਕ ਚੁੱਕੇ ਨੇ। ਸਾਨੂੰ ਉਹਨਾਂ ਬਾਰੇ ਪਤਾ ਹੈ। ਲੋਕ ਤਾਂ ਇਹ ਕਹਿੰਦੇ ਆ ਵੀ ਸਾਨੂੰ ਕੋਈ ਵਜਨਦਾਰ, ਤਾਕਤਦਾਰ ਲਹਿਰ ਚਾਹੀਦੀ ਆ, ਲੋਕ ਲਹਿਰ, ਜਿਹੜੀ ਇਹਨਾਂ ਨੂੰ ਇੱਥੋਂ ਇਹਨੇ ਸਿਸਟਮ ਤੋਂ ਨਿਜਾਤ ਦਿਵਾ ਦੇ। ਲੋਕ ਸਾਡੇ ਤੇ ਭਰੋਸਾ ਕਰਦੇ ਆ, ਅਸੀਂ ਉਹਨਾਂ ਦੇ ਭਰੋਸੇ ਤੇ ਖਰੇ ਉਤਰਾਂਗੇ, ਸਰਕਾਰਾਂ ਨੂੰ ਭਾਜਣਾ ਪਾ ਦਾਂਗੇ, ਪਿੱਛੇ ਨਹੀਂ ਹਟਾਂਗੇ। ਸੋ ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ 25 ਤਰੀਕ ਬੰਦ ਤੋਂ ਬਾਅਦ ਵੀ ਜੇਕਰ ਸਰਕਾਰਾਂ ਨਹੀਂ ਚੁੱਕਦੀਆਂ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਇਸ ਬਿੱਲ ਨੂੰ ਰੱਦ ਕਰਵਾਉਣ ਦੇ ਲਈ, ਇਸ ਬਿੱਲ ਨੂੰ ਕੈਂਸਲ ਕਰਵਾਉਣ ਦੇ ਲਈ।